ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ। ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ। ਮੈਨੂੰ ਲੱਗਦਾ ਵੀ ਜਿਹੜੀ ਸਭ ਤੋਂ ਇੰਪੋਰਟੈਂਟ ਲਾਈਨ ਆ ਸਾਰੇ ਗਾਣੇ ਦੇ ਵਿੱਚ ਉਹ ਇਹ ਹੈ, ਜਿੰਨਾ ਚਿਰ ਸਾਨੂੰ ਸੋਵਰੈਨਿਟੀ ਦਾ ਰਾਹ ਨਹੀਂ ਦਿੰਦੇ ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ। ਪੰਜਾਬ ਕਹਿ ਰਿਹਾ ਦਿੱਲੀ ਨੂੰ ਮੈਂ ਅਜੇ ਮੁੱਕਿਆ ਨਹੀਂ। ਇੱਕ ਪੈਰਲਰ ਨੈਰੇਟਿਵ ਹਮੇਸ਼ਾ ਚੱਲਦੇ ਰਹੇ ਨੇ ਭਾਈ। ਪੰਜਾਬ ਨੇ ਬਹੁਤ ਕੁਝ ਦੇਖ ਲਿਆ। ਹੁਣ ਆਪਾਂ ਇਹ ਮਸਲਿਆਂ ਦੇ ਹੱਲ ਕਾਨੂੰਨੀ ਤੌਰ ਨਾਲ ਹੋ ਸਕਦੇ ਨੇ, ਅਦਾਲਤਾਂ 'ਚ ਹੋ ਸਕਦੇ ਨੇ, ਔਰ ਜਾਂ ਇਹਨਾਂ ਮਸਲਿਆਂ ਤੇ ਜਦੋਂ ਲੜਾਈ ਲੜੋਗੇ ਤਾਂ ਨੁਕਸਾਨ ਹੀ ਹੋਊਗਾ। ਪੰਜਾਬ ਹੈ ਜਿਹੜਾ ਉਹ ਜਿਉਂਦਾ ਸਦੀਆਂ ਦੀਆਂ ਜੁਗ ਕਰਦੀਆਂ ਦੇ ਵਿੱਚੋਂ ਜਿਉਂਦਾ ਸਾਬਤ ਨਿਕਲਿਆ ਹੀ ਇਸ ਕਰਕੇ ਹੈ ਕਿ ਪੰਜਾਬ ਨੇ ਕਦੇ ਉਹ ਡੋਮੈਸਟੀਕੇਸ਼ਨ ਸਵੀਕਾਰ ਨਹੀਂ ਕੀਤੀ। ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਤਾਂ ਉਹ ਰੈਜ਼ਿਸਟੈਂਸ ਆ ਨਾ ਜਿਹੜੀ ਉਹ ਬਹੁਤ ਪਾਵਰਫੁਲ ਤਰੀਕੇ ਦੇ ਨਾਲ ਸਾਹਮਣੇ ਆਈ ਆ। ਹੁਣ ਜਿਵੇਂ ਆਹ ਦੋ ਲਾਈਨਾਂ ਵੇਖੋ, ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ, ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ, ਪੁੱਤ ਬਗਾਨੇ ਨਹਿਰਾਂ ਵਿੱਚ ਡੇਕਾਂ ਲਾ ਹੀ ਦਿੰਦੇ, ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ। ਇਹ ਵੀ ਮੰਨਿਆ ਜਾਵੇ ਜਿਹੜੀਆਂ ਧਿਰਾਂ ਦਾ ਤੇ ਸਭ ਤੋਂ ਵੱਧ ਕਲੇਮ ਸੀ, ਫਿਰ ਉਹਨਾਂ ਦਾ ਫੇਲਿਅਰ ਵੀ ਹੈਗਾ। ਹੁਣ ਉਹਨਾਂ ਧਿਰਾਂ ਨੂੰ 2014 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਇਨਕਲਾਬ ਦੇਸਣ ਲੱਗ ਪਿਆ ਸੀ ਤੇ ਨਬਜ਼ ਕਿੱਥੋਂ ਪਛਾਣੀ ਜਾਣੀ ਸੀ। ਦੀਪ ਸਿੱਧੂ ਵਰਤਾਰਾ ਹੋਇਆ। ਦੀਪ ਸਿੱਧੂ ਮੂਸੇਵਾਲੇ ਦੇ ਮੁਕਾਬਲੇ ਮੈਂ ਕਿਤੇ ਵੱਧ ਮੈਚਿਓਰ, ਕਿਤੇ ਵੱਧ ਉਹ ਵਿਜ਼ਨਰੀ ਬੰਦਾ ਸੀਗਾ। ਦੀਪ ਸਿੱਧੂ ਦਾ ਵੀ ਵਿਰੋਧ ਕੀਤਾ ਗਿਆ ਉਹਨਾਂ ਧਿਰਾਂ ਵੱਲੋਂ। ਗਾਣੇ ਦੇ ਅੰਦਰ ਜਿਹੜੀਆਂ ਹੋਰ ਬਹੁਤ ਸਾਰੀਆਂ ਲਾਈਨਾਂ ਨੇ, ਉਹਨਾਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਪਹਿਲਾਂ ਹੀ ਇਹ ਕਲੇਮ ਆ, ਜਿਹੜੇ ਕਲੇਮ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਰਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਲੱਗ ਕਿਉਂ ਹੋਏ? ਸਾਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂਗਾ ਜੇ ਉਹ ਪੰਜਾਬ ਆਪਦੇ ਆਪ ਨੂੰ ਪੰਜਾਬ ਦਾ ਹਿੱਸਾ ਮੰਨਦੇ ਆ ਤੇ ਪੰਜਾਬੀ ਬੋਲਣਾ ਪਸੰਦ ਕਰਨ ਲੱਗ ਜਾਂਦੇ ਆ, ਤੇ ਸਾਨੂੰ ਤਾਂ ਉਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਨਾ। ਇਹ ਕਲੇਮ ਜਿਹੜਾ ਸਿੱਧੂ ਦਾ ਕਲੇਮ ਆ ਕਿ ਹਰਿਆਣਾ ਤੇ ਹਿਮਾਚਲ ਦੇ ਦਿਓ, ਫਿਰ ਉੱਥੇ ਤਾਂ ਬਹੁ ਗਿਣਤੀ ਸਿੱਖਾਂ ਦੀ ਘਟ ਜਾਣੀ ਹੈ। ਜਿਹੜਾ ਸੁਪਨਾ ਲਿਆ ਗਿਆ ਕਿ ਸਿੱਖਾਂ ਦਾ ਰਾਜ, ਸਿੱਖਾਂ ਦੀ ਬਹੁ ਗਿਣਤੀ ਹੋਵੇ ਇੱਕ ਥਾਂ ਦੇ ਉੱਤੇ। ਮੰਨ ਲਓ ਮੈਂ ਮਾਡਲ ਕਹਿਣਾ, ਦੁਨੀਆ ਦਾ ਪਾਪੂਲਰ ਮਾਡਲ ਜਿਹੜਾ ਹੋਇਆ ਉਹ ਇਰਾਨ ਦੀ ਇਸਲਾਮਿਕ ਕ੍ਰਾਂਤੀ ਦਾ ਹੋਇਆਗਾ ਨਾ। ਮਤਲਬ ਦੁਨੀਆ ਦੇ ਜਿਹੜੀ ਪੋਲਿਟਿਕਸ ਦੀ ਚਰਚਾ ਹੋਈ ਹੈਗੀ, ਦੁਨੀਆ ਪੱਧਰ ਤੇ ਹਰ ਥਾਂ ਤੇ ਹਰ ਮੁਲਕ 'ਚ ਉਹਦੀ ਚਰਚਾ ਹੋਈ। ਉਸ ਸੰਦਰਭ 'ਚ ਕੀ ਕਹੋਗੇ? ਇੱਕ ਅਮਰੀਕਨ ਜਰਨਲਿਸਟ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਕੋਲੇ ਆਇਆ ਤੇ ਉਹਨਾਂ ਨੂੰ ਕਹਿੰਦਾ ਵੀ ਲੋਕ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਆਇਤੁੱਲਾ ਖਮੇਨੀ ਹੋ। ਤੇ ਸੰਤਾਂ ਨੇ ਉਹਨੂੰ ਜਵਾਬ ਦਿੱਤਾ ਵੀ ਮੈਂ ਕੋਈ ਖਮੇਨੀ ਨਹੀਂ ਗਾ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਇਹ ਜਵਾਬ ਦੇ ਵਿੱਚ ਹੀ ਗੱਲ ਦਾ ਜਵਾਬ ਪਿਆ ਕਿ ਈਰਾਨ ਦੀ ਮੁਸਲਮਾਨਾਂ ਦੀ ਸਿਚੁਏਸ਼ਨ ਤੇ ਸਿੱਖਾਂ ਦੀ ਸਿਚੁਏਸ਼ਨ ਆ ਜਿਹੜੀ ਉਹ ਸਿਮਿਲਰ ਨਹੀਂ ਗੀ। ਕਲਚਰ ਦੀ ਪੋਲਿਟਿਕਸ ਪੋਸਟ ਮਾਡਰਨਿਜ਼ਮ ਦੇ ਅੰਦਰ ਹੀ ਸਭ ਤੋਂ ਜ਼ਿਆਦਾ ਆਈ, ਆਰਟ ਨੂੰ ਲੈ ਕੇ, ਹੋਰ ਚੀਜ਼ਾਂ ਨੂੰ ਲੈ ਕੇ। ਮੈਂ ਪੁੱਛ ਰਿਹਾ ਕਿ ਉਹ ਮਾਡਲ ਜਦੋਂ ਪੋਲੀਟੀਕਲ ਤੌਰ ਤੇ ਫੇਲ ਹੋਏ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਪਛਾਣ ਦੀ ਰਾਜਨੀਤੀ ਵੀ ਕਿੱਥੇ ਲੈ ਜਾਏਗੀ ਬੰਦੇ ਨੂੰ। ਪੋਸਟ ਮਾਡਰਨਿਜ਼ਮ ਦੀਆਂ ਕੁਛ ਇੱਕ ਗੱਲਾਂ ਦੀ ਸਿੱਖੀ ਦੀਆਂ ਕੁਛ ਇੱਕ ਗੱਲਾਂ ਨਾਲ ਸਮਾਨਤਾ ਹੈਗੀ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਵੀ ਦੋਵੇਂ ਇੱਕੋ ਹੀ ਚੀਜ਼ ਹੈ। ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ। ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ। ਸਿੱਧੂ ਮੂਸੇਵਾਲੇ ਦੇ ਗੀਤ ਦੀਆਂ ਲਾਈਨਾਂ ਇਹ ਨੇ ਤੇ ਲਾਈਨਾਂ ਨੇ ਰਾਜਨੀਤਿਕ ਹਲਕਿਆਂ 'ਚ ਵੱਡੀ ਚਰਚਾ ਛੇੜ ਦਿੱਤੀ ਹੈ, ਕਿਉਂਕਿ ਬੇਹੱਦ ਰਾਜਨੀਤਿਕ ਗਾਣਾ ਔਰ ਉਹ ਮਸਲਾ ਪੰਜਾਬ ਦਾ, ਜਿਹੜੇ ਮਸਲੇ ਤੇ ਪੰਜਾਬ 'ਚ ਚਰਚਾ ਹੁੰਦੀ ਰਹੀ, ਜਿਹਦੇ ਬਾਰੇ ਚਰਚਾ ਹੁੰਦੀ ਹੈ ਕਿ ਆਨੰਦਪੁਰ ਦੇ ਮੱਥੇ ਤੋਂ ਲੈ ਕੇ ਰਾਜੀਵ ਲੌਂਗੋਵਾਲ ਦੇ ਦੌਰ 'ਚ ਆਉਂਦਿਆਂ ਵੀ ਮਸਲਾ ਹੱਲ ਨਹੀਂ ਹੋਇਆ। ਜੋ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਉਦੋਂ ਵੀ ਚੀਜ਼ਾਂ ਟੈਕਲ ਪ੍ਰੋਪਰ ਨਹੀਂ ਹੋਈਆਂ। ਇਸ ਮਸਲੇ ਨੂੰ ਲੈ ਕੇ ਸਾਡੇ ਨਾਲ ਸਿੱਖ ਚਿੰਤਕ ਪ੍ਰਭ ਸ਼ਰਨਬੀਰ ਸਿੰਘ ਨੇ, ਜਿਹੜੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਪੜ੍ਹਦੇ ਵੀ ਨੇ, ਉੱਥੇ ਗੈਸਟ ਲੈਕਚਰਾਰ ਦੇ ਤੌਰ ਤੇ ਪੜ੍ਹਾਉਂਦੇ ਵੀ ਨੇ। ਉਹਨਾਂ ਨਾਲ ਗੱਲ ਕਰਾਂਗੇ ਇਸ ਗਾਣੇ ਦਾ ਮੀਨਿੰਗ, ਕੱਲੀ ਲਾਈਨ ਨੂੰ ਉਹ ਕਿਵੇਂ ਦੇਖ ਰਹੇ ਨੇ, ਕਿਉਂਕਿ ਤਮਾਮ ਚਰਚਾਵਾਂ ਨੇ। ਜਿਹੜੀ ਟੈਂ ਨਹੀਂ ਚੱਲਦੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਉਹ ਮਸਲਾ ਵੀ ਹੈ, ਔਰ ਬਕਾਇਦਾ ਤੌਰ ਦੇ ਉੱਤੇ ਮਲਿਕ ਦੀ ਗੱਲ ਵੀ ਆਉਂਦੀ ਹੈ ਕਿ ਸਿੱਖ ਕਿਹੜੇ ਮਸਲਿਆਂ 'ਚ ਕੀ ਕਰਦੇ ਨੇ। ਨਾਲ ਦੀ ਨਾਲ ਹੀ ਬਲਵਿੰਦਰ ਜਟਾਣਾ ਦਾ ਜ਼ਿਕਰ ਵੀ ਹੁੰਦਾ ਹੈ। ਗੱਲਬਾਤ ਕਰਦੇ ਹਾਂ ਪ੍ਰਭ ਸ਼ਰਨਬੀਰ ਦੇ ਨਾਲ। ਸਵਾਗਤ ਹੈ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਜਨਰਲ ਟਿੱਪਣੀ ਚਾਹੁੰਦਾ ਤੁਹਾਡੇ ਤੋਂ, ਫਿਰ ਆਪਾਂ ਸਪੈਸੀਫਿਕ ਹੋਵਾਂਗੇ।
ਇਹ ਗਾਣੇ ਨੂੰ ਤੁਸੀਂ ਕੀ ਦੇਖ ਰਹੇ ਹੋ? ਸਿੱਧੂ ਮੂਸੇਵਾਲੇ ਲਈ ਇਹ ਗਾਣੇ ਦਾ ਕੀ ਮੀਨਿੰਗ ਹੋਣਾ ਸੀ ਅਗਰ ਉਹ ਜਿਉਂਦਾ ਹੁੰਦਾ, ਜਾਂ ਪੰਜਾਬ ਲਈ ਇਹਦਾ ਕੀ ਮੀਨਿੰਗ ਹੈ, ਰਾਜਨੀਤੀ ਲਈ ਇਹਦਾ ਕੀ ਮੀਨਿੰਗ ਆ? ਦੇਖੋ, ਸਿੱਧੂ ਮੂਸੇਵਾਲੇ ਬਾਰੇ ਮੇਰੀ ਇਹ ਸੋਚ ਹੈ ਕਿ ਉਹਨੂੰ ਹਜੇ ਇੰਟਰਪ੍ਰੇਟ ਕਰਨ ਵਾਸਤੇ ਆਪਾਂ ਨੂੰ ਕਾਫੀ ਸਾਲ ਲੱਗ ਜਾਣੇ। ਹੂੰ ਕਾਰਨ ਇਹ ਹੈ ਕਿ ਉਹਨੇ ਪੰਜਾਬ ਦੀ ਇੱਕ ਨਾ ਨਬਜ਼ ਫੜ ਲਈ ਸੀ। ਹੂੰ ਨਬਜ਼ ਤੋਂ ਵੀ ਅੱਗੇ ਜਾ ਕੇ ਉਹਨੇ ਪੰਜਾਬ ਦੇ ਅਨਕੌਂਸ਼ੀਅਸ ਨਾਲ ਕਨੈਕਟ ਕਰਨ ਲੱਗ ਗਿਆ ਸੀ। ਹੂੰ ਜਿਹੜਾ ਕੰਮ ਨਾ ਪੰਜਾਬ ਦੇ ਇੰਟੈਲੈਕਚੁਅਲਸ ਤੋਂ ਹੋਇਆ, ਹੂੰ ਨਾ ਪੰਜਾਬ ਦੇ ਜਿਹੜੇ ਰਾਜਨੀਤਿਕ ਆਗੂ ਆ ਉਹਨਾਂ ਤੋਂ ਹੋਇਆ, ਤੇ ਨਾ ਹੀ ਜਿਹੜੇ ਬਾਕੀ ਕਲਾਕਾਰ ਆ ਉਹਨਾਂ ਤੋਂ ਹੋਇਆ। ਸੋ ਬਹੁਤ ਵਿਰਲੇ ਬੰਦੇ ਆ ਜਿਨ੍ਹਾਂ ਨੇ ਪੰਜਾਬ ਦੇ ਪਿਛਲੇ ਜਿਹੜਾ 40-50 ਸਾਲ ਦਾ ਸਾਡਾ ਇਤਿਹਾਸ ਆ, ਉਸ ਇਤਿਹਾਸ ਦੇ ਵਿੱਚ ਪੰਜਾਬ ਦੇ ਅਨਕੌਂਸ਼ੀਅਸ ਨਾਲ ਸਿੱਧਾ ਕਨੈਕਟ ਕਰਨ ਵਾਲੇ ਬਹੁਤ ਵਿਰਲੇ ਬੰਦੇ। ਹੁਣ ਤੁਸੀਂ ਇਸ ਗਾਣੇ ਦੇ ਵਿੱਚ ਵੇਖੋ, ਮੈਨੂੰ ਲੱਗਦਾ ਵੀ ਜਿਹੜੀ ਸਭ ਤੋਂ ਇੰਪੋਰਟੈਂਟ ਲਾਈਨ ਆ ਸਾਰੇ ਗਾਣੇ ਦੇ ਵਿੱਚ, ਉਹ ਇਹ ਹੈ, ਜਿੰਨਾ ਚਿਰ ਸਾਨੂੰ ਸੋਵਰੈਨਿਟੀ ਦਾ ਰਾਹ ਨਹੀਂ ਦਿੰਦੇ ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ। ਬੇਸਿਕਲੀ ਇਹ ਦੋ ਲਾਈਨਾਂ ਜਿਹੜੀਆਂ ਉਹ ਪੰਜਾਬ ਦੀ ਰਾਜਨੀਤੀ ਨੂੰ ਸਹੀ ਦਿਸ਼ਾ ਦੇਣ ਦੀ ਸਮਰੱਥਾ ਰੱਖਦੀਆਂ, ਜਿਹੜੀ ਕਿ ਬਹੁਤੇ ਜਿਹੜੇ ਸਾਡੇ ਰਾਜਨੀਤਿਕ ਆਗੂ ਆ ਉਹ ਇਹ ਗੱਲ ਕਹਿਣ ਨੂੰ ਡਰਦੇ ਆ। ਉਹਨਾਂ ਨੇ ਇਸ ਗੱਲ ਵਾਸਤੇ ਲੜਨਾ ਤਾਂ ਕੀ, ਉਹ ਇਹ ਗੱਲ ਕਹਿ ਵੀ ਨਹੀਂ ਸਕਦੇ। ਸੋ ਮੇਰੇ ਖਿਆਲ ਦੇ ਵਿੱਚ ਜਦੋਂ ਇਹੋ ਜਿਹਾ ਇੱਕ ਕਲਚਰਲ ਆਈਕਨ ਕੋਈ ਇਹੋ ਜਿਹੀ ਗੱਲ ਕਰ ਦਿੰਦਾ, ਉਹਦੇ ਨਾਲ ਫਿਰ ਇੱਕ ਸੰਭਾਵਨਾ ਬਣ ਜਾਂਦੀ ਹੈ ਪੋਲੀਟੀਕਲ ਸ਼ਿਫਟ ਆਉਣ ਦੀ। ਤੇ ਇਹ ਸ਼ਿਫਟ, ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹ ਸ਼ਿਫਟ ਆਉਂਦੀ ਲੱਗ ਰਹੀ ਹੈ। ਸੋ ਜੇ ਤਾਂ ਪੰਜਾਬ ਦੀ ਕਿਸਮਤ ਆ ਜਿਹੜੀ ਉਹ ਚੰਗੀ ਹੋਈ, ਫਿਰ ਇਹ ਸ਼ਿਫਟ ਆ ਜਾਊਗੀ ਤੇ ਇਹਦੇ ਨਾਲ ਸਾਰੀ ਗੱਲ ਹੀ ਰੀਓਰੀਐਂਟ ਹੋ ਜਾਊਗੀ। ਸੋ ਮੈਨੂੰ ਜਿਵੇਂ ਆਪਣਾ ਸੁਭਾਅ ਹੈ ਕਿ ਚੰਗੇ ਦੀ ਆਸ ਹੀ ਕਰਨੀ ਚਾਹੀਦੀ ਹੈ। ਸੋ ਮੈਨੂੰ ਤਾਂ ਜ਼ਰੂਰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਹੈ ਜਿਹੜੀ ਇਹ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਊਗੀ। ਪੰਜਾਬ ਦੇ ਅੰਦਰ 2 ਤਰ੍ਹਾਂ ਦੇ, 4 ਤਰ੍ਹਾਂ ਦੇ, 10 ਤਰ੍ਹਾਂ ਦੇ ਨੈਰੇਟਿਵ ਹੋ ਸਕਦੇ ਨੇ। ਇੱਕ ਨੈਰੇਟਿਵ ਇਹ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਜਾਂ ਸਿੱਧੂ ਮੂਸੇਵਾਲੇ ਦੇ ਗੀਤ 'ਚ ਆ, ਇੱਕ ਪੈਰਲਰ ਨੈਰੇਟਿਵ ਹਮੇਸ਼ਾ ਚੱਲਦੇ ਰਹੇ ਨੇ ਭਾਈ। ਪੰਜਾਬ ਨੇ ਬਹੁਤ ਕੁਝ ਦੇਖ ਲਿਆ, ਹੁਣ ਆਪਾਂ ਇਹ ਮਸਲਿਆਂ ਦੇ ਹੱਲ ਕਾਨੂੰਨੀ ਤੌਰ ਨਾਲ ਹੋ ਸਕਦੇ ਨੇ, ਅਦਾਲਤਾਂ 'ਚ ਹੋ ਸਕਦੇ ਨੇ, ਔਰ ਜਾਂ ਇਹਨਾਂ ਮਸਲਿਆਂ ਤੇ ਜਦੋਂ ਲੜਾਈ ਲੜੋਗੇ ਤਾਂ ਨੁਕਸਾਨ ਹੀ ਹੋਊਗਾ। ਪੰਜਾਬ ਦੀ ਵੱਡੀ ਲੀਡਰਸ਼ਿਪ ਨੇ ਇਹ ਗੱਲ ਨੂੰ ਆਪਣੇ ਤਰੀਕੇ ਦੇ ਨਾਲ ਕਿਹਾ ਵੀ ਔਰ ਆਪਣੇ ਤਰੀਕੇ ਦੇ ਨਾਲ ਸਮਝਿਆ ਵੀ, ਔਰ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ 'ਚ ਕਹਿੰਦੇ ਨੇ ਇਹ ਗੱਲਾਂ ਦੀ ਲੋੜ ਨਹੀਂ ਆ। ਕੀ ਕਹਿਣਾ ਚਾਹੋਗੇ? ਦੇਖੋ, ਇਹ ਡੋਮੈਸਟੀਕੇਟਿਡ ਇੰਟੈਲੈਕਟ ਦੇ ਲੌਜਿਕ ਆ ਸਾਰੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ। ਜਿਹੜੀ ਡੋਮੈਸਟੀਕੇਸ਼ਨ ਐਜ਼ ਅ ਪੋਲੀਟੀਕਲ ਕਨਸੈਪਟ, ਇਹਦੇ ਤੇ ਬਹੁਤ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਇਆ। ਜਿਹੜੀ ਮਾਡਰਨ ਪੋਲਿਟਿਕਸ ਆ ਉਹ ਸਾਰੀ ਇਸ ਗੱਲ ਤੇ ਖੜੀ ਹੈ ਕਿ ਜਿਹੜੀ ਸਬਜੈਕਟ ਪੋਪੂਲੇਸ਼ਨ ਹੈ ਜਿਹਦੇ ਤੇ ਕਿਸੇ ਧਿਰ ਨੇ ਰਾਜ ਕਰਨਾ ਹੈ, ਉਹਨੂੰ ਜਿਵੇਂ ਆਪਾਂ ਜਾਨਵਰਾਂ ਨੂੰ ਡੋਮੈਸਟੀਕੇਟ ਕਰਦੇ ਆ ਉਵੇਂ ਉਹਨੂੰ ਡੋਮੈਸਟੀਕੇਟ ਕਰਕੇ ਰੱਖਣਾ ਹੈ। ਜਿਵੇਂ ਆਪਾਂ ਇੱਕ ਵਾਰੀ ਬਲਦ ਦੇ ਲਗਾਮ ਨਕੇਲ ਪਾ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਬਸ ਸਿੱਧਾ ਹਲ ਵਾਈ ਜਾਂਦਾ ਤੇ ਹੋਰ ਕੋਈ ਹੀਲ ਹੁੱਜਤ ਨਹੀਂ ਕਰਦਾ, ਆਲੇ ਦੁਆਲੇ ਝਾਕਦਾ ਨਹੀਂਗਾ। ਉਸੇ ਤਰ੍ਹਾਂ ਜਿਹੜੀ ਸਬਜੈਕਟ ਪੋਪੂਲੇਸ਼ਨ ਨੂੰ ਡੋਮੈਸਟੀਕੇਟ ਕਰਨ ਦੀ ਨਾ ਸਟੇਟ ਦੀ ਹਮੇਸ਼ਾ ਹੀ ਇੱਕ ਕੋਸ਼ਿਸ਼ ਹੁੰਦੀ ਹੈ। ਸੋ ਸਟੇਟ ਦਾ ਸੁਪਨਾ ਹੀ ਇਹ ਆ ਕਿ ਕੰਪਲੀਟ ਡੋਮੈਸਟੀਕੇਸ਼ਨ। ਪੰਜਾਬ ਆ ਜਿਹੜਾ ਉਹ ਜਿਉਂਦਾ ਸਦੀਆਂ ਦੀਆਂ ਜੁੱਗ-ਗਰਦੀਆਂ ਦੇ ਵਿੱਚੋਂ ਜਿਉਂਦਾ ਸਾਬਤ ਨਿਕਲਿਆ ਹੀ ਇਸ ਕਰਕੇ ਆ ਕਿ ਪੰਜਾਬ ਨੇ ਕਦੇ ਉਹ ਡੋਮੈਸਟੀਕੇਸ਼ਨ ਸਵੀਕਾਰ ਨਹੀਂ ਕੀਤੀ। ਪੰਜਾਬ ਨੇ ਹਮੇਸ਼ਾ ਉਹ ਡੋਮੈਸਟੀਕੇਸ਼ਨ ਹੈ ਜਿਹੜੀ ਉਹ ਰੈਜ਼ਿਸਟ ਕੀਤੀ ਹੈ। ਤੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਤਾਂ ਉਹ ਰੈਜ਼ਿਸਟੈਂਸ ਆ ਨਾ ਜਿਹੜੀ ਉਹ ਬਹੁਤ ਪਾਵਰਫੁਲ ਤਰੀਕੇ ਦੇ ਨਾਲ ਸਾਹਮਣੇ ਆਈ ਆ। ਹੁਣ ਜਿਵੇਂ ਆਹ 2 ਲਾਈਨਾਂ ਵੇਖੋ, ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ, ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ, ਪੁੱਤ ਬਗਾਨੇ ਨਹਿਰਾਂ ਵਿੱਚ ਡੇਕਾਂ ਲਾਹੀ ਦਿੰਦੇ, ਉਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ। ਹੁਣ ਦੇਖੋ, ਇਹ ਜਿਹੜਾ ਇੱਕ ਤਾਂ ਜਿਹੜਾ ਬੋਲਾਂ ਦਾ ਫਲੋ ਆ ਤੇ ਇੱਕ ਜਿਹੜੀ ਉਹਦੇ ਚ ਗੱਲ ਕਹੀ ਜਾ ਰਹੀ ਆ, ਉਹ ਪੰਜਾਬ ਦੀ ਸਪਿਰਿਟ ਦੇ ਵਿੱਚ ਪਈ ਜਿਹੜੀ ਰੈਜ਼ਿਸਟੈਂਸ ਆ ਨਾ, ਜਿਹੜੀ ਬਹੁਤ ਡੂੰਘੀ ਲੱਥੀ ਵੀ ਆ, ਉਹਦੀ ਗੱਲ ਕਰਦੀ ਹੈ। ਕੱਲੀ ਗੱਲ ਹੀ ਨਹੀਂ ਕਰਦੀ, ਸੁਣਨ ਵਾਲੇ ਦੇ ਜਿਹੜੀ ਆ ਨਾ ਆਪਣਾ ਖੂਨ ਦੇ ਵਿੱਚ ਹਰਕਤ ਵੀ ਪੈਦਾ ਕਰਦੀ। ਸੋ ਇਹ ਬਹੁਤ ਵੱਡੀ ਗੱਲ। ਕੀ ਇਹ ਵੀ ਮੰਨਿਆ ਜਾਵੇ ਜਿਹੜੀਆਂ ਧਿਰਾਂ ਦਾ ਤੇ ਸਭ ਤੋਂ ਵੱਧ ਕਲੇਮ ਸੀ, ਫਿਰ ਉਹਨਾਂ ਦਾ ਫੇਲਿਅਰ ਵੀ ਹੈਗਾ, ਪੂਰੀਆਂ ਦਾ ਸਾਰੀਆਂ ਦਾ ਮੈਂ ਕਹੂੰਗਾ, ਜਿਹੜੀਆਂ ਦਾ ਸਭ ਤੋਂ ਵੱਡਾ ਕਲੇਮ ਹੈ ਉਹਨਾਂ ਦਾ, ਕਿਉਂਕਿ ਉਹ ਇਸ ਗੱਲ ਨੂੰ ਇੱਕ ਮੂਸੇਵਾਲੇ ਦੇ ਗੀਤ ਚੋਂ ਆਇਡੈਂਟੀਫਾਈ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ, ਯਾਨੀ ਉਹਨਾਂ ਦਾ ਨੈਰੇਟਿਵ ਫੇਲ ਹੋ ਗਿਆ, ਉਹ ਇਹ ਗੱਲ ਕਹਿਣ 'ਚ ਜਾਂ ਰੱਖਣ 'ਚ ਫੇਲ ਹੋਈਆਂ ਨੇ? ਨਹੀਂ ਜੀ ਨਹੀਂ, ਉਹਨਾਂ ਨੇ ਮਿਸਾਲ ਬਲਦੀ ਰੱਖੀ ਹੈ।
ਤੁਸੀਂ ਉਹਨਾਂ ਦੀ ਕੰਟਰੀਬਿਊਸ਼ਨ, ਮੈਂ ਕਹਿੰਦਾ ਵੀ ਮੂਸੇਵਾਲਾ ਵੀ ਤਾਂ ਕਰਕੇ ਇਹ ਗੱਲਾਂ ਕਰ ਸਕਿਆ ਕਿ ਨਹੀਂ, ਕਰੰਟ ਦੌਰ ਚ ਕਹਿ ਰਿਹਾ ਮੈਂ, 1995 ਤੋਂ ਬਾਅਦ ਕਰੰਟ ਦੌਰ ਚ ਕਹਿ ਰਿਹਾ, ਮਿਸਾਲ ਬਲਦੀ ਰੱਖੀ ਤਾਂ ਭਾਂਬੜ ਬਣਿਆ ਵਾ। ਜੀ ਕਰੰਟ ਦੌਰ ਚ ਕਹਿ ਰਿਹਾ ਮੈਂ, ਗੱਲ ਹੀ ਖਤਮ ਹੋ ਜਾਣੀ ਸੀ। ਕਰੰਟ ਦੌਰ ਚ ਕਹਿ ਰਿਹਾ ਮੈਂ, ਜਿਹੜਾ ਮੌਜੂਦਾ ਦੌਰ ਹੈ ਉਹਦੇ ਚ ਮੂਸੇ ਵਾਲੇ ਦਾ ਗਾਣਾ ਤੁਸੀਂ ਕਹਿੰਦੇ ਹੋ ਕਿ ਰਾਜਨੀਤਿਕ ਸੇਧ ਦੇ ਰਿਹਾ, ਜਾਂ ਉਹ ਗੱਲਾਂ ਨੂੰ ਇੱਕ ਲਿਆ ਕੇ ਸਾਹਮਣੇ ਰੱਖ ਰਿਹਾ, ਫਰੰਟ ਫੁੱਟ ਦੇ ਉੱਤੇ ਆ ਰਹੀਆਂ ਨੇਗੀਆਂ, ਯਾਨੀ ਫਿਰ ਜਿਨ੍ਹਾਂ ਦਾ ਕਲੇਮ ਆ ਉਹ ਗੱਲਾਂ ਦੇ ਉੱਤੇ, ਉਹ ਕਿਤੇ ਕੀ ਕਹੋਗੇ ਉਹਨਾਂ ਬਾਰੇ? ਫਿਰ ਦੇਖੋ ਉਹਦੇ ਚ ਦੋ ਤਿੰਨ ਧਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਤਿੰਨ ਚਾਰ ਧਿਰਾਂ ਨੇ, ਉਹਨਾਂ ਦੀ ਆਪਾਂ ਸਾਰੀਆਂ ਦੀ ਗੱਲ ਕਰ ਲੈਂਦੇ ਆ। ਇੱਕ ਪਾਸੇ ਕਾਂਗਰਸ ਪਾਰਟੀ ਹੈ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਇੱਕ ਪਾਸੇ ਕਮਿਊਨਿਸਟ ਧਿਰਾਂ ਹੈ, ਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਪਾਰਟੀ ਹੈ। ਹੁਣ ਦੇਖੋ ਇਹਨਾਂ ਦੇ ਵਿੱਚੋਂ ਮਾਨ ਸਾਹਿਬ ਤਾਂ ਸੋਵਰੈਂਟੀ ਵਾਲੀ ਗੱਲ ਤੇ ਖੜੇ ਆ ਨਾ, ਉਹਨਾਂ ਨੂੰ ਤਾਂ ਨਹੀਂ ਆਪਾਂ ਉਲਾਂਭਾ ਦੇ ਸਕਦੇ, ਤੇ ਬਾਕੀ ਸਾਰੀਆਂ ਧਿਰਾਂ ਜਿਹੜੀਆਂ ਉਹਨਾਂ ਨੂੰ ਉਲਾਂਭਾ ਦੇਣਾ ਬਣਦਾ। ਬਿਲਕੁਲ ਉੱਥੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਉਹ ਇਸ ਗੱਲ ਦੇ ਵਿੱਚ, ਇਹ ਗੱਲ ਨੂੰ ਪਛਾਣਨ ਦੇ ਵਿੱਚ ਬਿਲਕੁਲ ਫੇਲ ਹੋਏ ਆ। ਨਹੀਂ, ਮੈਂ ਰਾਜਨੀਤਿਕ ਤੌਰ ਤੇ ਪ੍ਰਭਸ਼ਨ ਵੀਰ ਇਹ ਪੁੱਛ ਰਿਹਾ, ਜਿਹੜੀ ਦੂਜੀ ਗੱਲ ਹੈਗੀ, ਇੱਕ ਗੱਲ ਤਾਂ ਆ ਗਈ ਕਿ ਠੀਕ ਆ ਬਹੁਤ ਸਾਰੀਆਂ ਪੋਲੀਟੀਕਲ ਧਿਰਾਂ ਨੇ, ਇੱਕ ਰਾਜਨੀਤਿਕ ਧਿਰਾਂ ਦਾ ਪੰਜਾਬ ਦੇ ਉੱਤੇ ਇਸ ਤਰ੍ਹਾਂ ਦੀ ਰਾਜਨੀਤੀ ਦੇ ਉੱਤੇ ਜਿਹੜੀ ਮੂਸੇ ਵਾਲੇ ਦੀਆਂ ਲਾਈਨਾਂ ਨੇ, ਇਹਦੇ ਉੱਤੇ ਇੱਕ ਕਲੇਮ ਆਗਾ। ਇਹ ਕਿਹੜਾ ਵੈਕਿਊਮ ਆ ਜਿਸ ਵੈਕਿਊਮ ਚੋਂ ਮੂਸੇ ਵਾਲੇ ਦਾ ਗੀਤ ਇੱਕ ਰਾਜਨੀਤੀ ਲੱਗਦਾ? ਇਹ ਵੈਕਿਊਮ ਆ ਨਾ, ਇਹਦਾ ਮਤਲਬ ਫਿਰ ਕਿਤੇ ਇਹ ਵੈਕਿਊਮ ਕਿਉਂ ਪੈਦਾ ਹੋਇਆ ਉਹ ਰਾਜਨੀਤੀ ਅੰਦਰ? ਮੈਂ ਪੁੱਛ ਰਿਹਾਗਾ, ਇਹ ਕਿਤੇ ਉਹਨਾਂ ਜਿਹੜੀਆਂ ਨੇ ਬਹੁਤ ਸਾਰੀਆਂ ਧਿਰਾਂ ਨੇ ਪੰਜਾਬ ਦੇ ਅੰਦਰ, ਇਕੱਲੇ ਮਾਨ ਹੀ ਨਹੀਂ ਹੈਗੇ, ਤੁਹਾਨੂੰ ਪਤਾ ਹੈ, ਖਾੜਕੂ ਸੰਘਰਸ਼ ਦੀਆਂ ਬਹੁਤ ਸਾਰੀਆਂ ਧਿਰਾਂ ਨੇ, ਕਿਤੇ ਉਹਨਾਂ ਦਾ ਫੇਲਿਅਰ ਵੀ ਆ, ਉਹ ਧਿਰਾਂ ਦਾ, ਉਹ ਵਿਦਵਾਨਾਂ ਦਾ, ਉਹ ਸਾਰੇ ਕਾਸੇ ਦਾ। ਬਿਲਕੁਲ ਜੀ ਬਿਲਕੁਲ, ਉਹਨਾਂ ਧਿਰਾਂ ਦਾ ਤੇ ਉਹਨਾਂ ਧਿਰਾਂ ਨਾਲ ਜੁੜੇ ਹੋਏ ਵਿਦਵਾਨਾਂ ਦਾ ਬਹੁਤ ਵੱਡਾ ਫੇਲਿਅਰ ਰਿਹਾ ਕਿ ਉਹਨਾਂ ਤੋਂ ਨਬਜ਼ ਪਛਾਣੀ ਨਹੀਂ ਗਈ। ਹੁਣ ਉਹਨਾਂ ਧਿਰਾਂ ਨੂੰ 2014 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਇਨਕਲਾਬ ਦਿਸਣ ਲੱਗ ਪਿਆ ਸੀ, ਤੇ ਨਬਜ਼ ਕਿੱਥੋਂ ਪਛਾਣੀ ਜਾਣੀ ਸੀ? ਸੋ ਇਸ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ, ਜਿਵੇਂ ਦੀਪ ਸਿੱਧੂ ਵਰਤਾਰਾ ਹੋਇਆ। ਦੀਪ ਸਿੱਧੂ ਮੂਸੇਵਾਲੇ ਦੇ ਮੁਕਾਬਲੇ ਮੈਂ ਕਿਤੇ ਵੱਧ ਮੈਚਿਓਰ, ਕਿਤੇ ਵੱਧ ਉਹ ਵਿਜ਼ਨਰੀ ਬੰਦਾ ਸੀਗਾ। ਦੀਪ ਸਿੱਧੂ ਦਾ ਵੀ ਵਿਰੋਧ ਕੀਤਾ ਗਿਆ ਉਹਨਾਂ ਧਿਰਾਂ ਵੱਲੋਂ। ਸੋ ਮੈਂ ਕਹਿੰਦਾ ਵੀ ਇਹ ਉਹਨਾਂ ਧਿਰਾਂ ਦੀ ਇੱਕ ਬਹੁਤ ਵੱਡੀ ਨਲਾਇਕੀ ਸੀ ਕਿ ਉਹਨਾਂ ਨੇ ਦੀਪ ਸਿੱਧੂ ਨੂੰ ਪਛਾਣ ਕੇ ਉਹਦਾ ਸਾਥ ਦੇਣ ਦੀ ਬਜਾਏ ਉਹਦਾ ਵਿਰੋਧ ਕੀਤਾ। ਸੋ ਇਸ ਕਰਕੇ ਜੇ ਉਹ ਸਾਈਡਲਾਈਨ ਹੋਏ ਆ ਤਾਂ ਕਿਸੇ ਗੱਲ ਕਰਕੇ ਹੀ ਹੋਏ ਆ, ਉਹ ਫੇਲਿਅਰ ਹੈਗਾ ਬਿਲਕੁਲ। ਤਾਂ ਗਾਣੇ ਦੇ ਅੰਦਰ ਜਿਹੜੀਆਂ ਹੋਰ ਬਹੁਤ ਸਾਰੀਆਂ ਲਾਈਨਾਂ ਨੇ, ਉਹਨਾਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਪਹਿਲਾਂ ਹੀ ਇਹ ਕਲੇਮ ਆ, ਜਿਹੜੇ ਕਲੇਮ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਰਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਲੱਗ ਕਿਉਂ ਹੋਏ, ਸਾਂਝਾ ਪੰਜਾਬ ਰਹਿਣਾ ਚਾਹੀਦਾ ਸੀ, ਅਕਾਲੀ ਦਲ ਦੀ ਇਹ ਮੰਗ ਸੀ, ਪੰਜਾਬੀ ਸੂਬਾ ਮੋਰਚਾ, ਇਹ ਤਾਂ ਫਿਰ ਬੜੀ ਕੰਟਰਾਡਿਕਸ਼ਨ ਵੀ ਹੈ। ਤੇ ਦੂਜੇ ਪਾਸੇ ਦੋ ਤਰ੍ਹਾਂ ਦੇ ਵਿਚਾਰ ਨੇ ਇੱਥੇ ਵੀ, ਇੱਥੇ ਖਾੜਕੂ ਧਿਰਾਂ ਜਾਂ ਜਿਹੜੀਆਂ ਉਹ ਧਿਰਾਂ ਦਾ ਵੀ ਵਿਚਾਰ ਰਿਹਾ ਕਿ ਠੀਕ ਹੈ, ਇਹ ਪੰਜਾਬ ਹੀ ਠੀਕ ਆ, ਸਾਨੂੰ ਜਿਹੜਾ ਮਿਲ ਗਿਆ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿੰਦੇ ਆ ਕਿ ਆਪਾਂ ਸੂਬੇ ਤੋਂ ਸੂਬੀ ਬਣਾ ਲਈ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਸਾਂਝੇ ਪੰਜਾਬ ਨੂੰ ਆਪਾਂ ਮਿਸ ਕਿਉਂ ਹੋਣ ਦਿੱਤਾ, ਜਿਹ 'ਚ ਰਹਿੰਦੀ ਪਾਪੂਲੇਸ਼ਨ ਹਿੰਦੂ ਬਹੁ ਗਿਣਤੀ ਸੀ ਤਾਂ ਕੋਈ ਮਸਲਾ ਨਹੀਂ ਸੀਗਾ, ਤੇ ਇੱਥੇ ਸਿੱਖ ਡੋਮੀਨੇਟ ਸੂਬਾ ਇਸ ਕਰਕੇ ਬਣਾਇਆ ਕਿ ਇਹਨਾਂ ਨੇ ਆਪਣੀ ਰਾਜਨੀਤੀ ਕਰਨੀ ਸੀ। ਜਿਹੜੀ ਇਹ ਮੂਸੇ ਵਾਲਾ ਗੱਲ ਕਰ ਰਿਹਾ, ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ, ਲਾਣਾ ਦੇ ਦਿਓ। ਬਿਲਕੁਲ, ਦੇਖੋ ਜਿਹੜਾ ਚੰਡੀਗੜ੍ਹ ਹੈ ਉਹਦੇ ਬਾਰੇ ਤਾਂ ਲਗਭਗ ਸਾਰੀਆਂ ਧਿਰਾਂ ਹੀ ਸਪਸ਼ਟ ਹੈ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਮਿਲਣਾ ਚਾਹੀਦਾ। ਜਿਹੜਾ ਹਰਿਆਣਾ ਤੇ ਹਿਮਾਚਲ ਹੈ ਉਹਦੇ ਵਿੱਚ ਸਮੱਸਿਆ ਇਹ ਹੈ ਕਿ ਪੰਜਾਬੀ ਸੂਬਾ ਜਿਹੜਾ ਉਹ ਧਰਮ ਦੇ ਆਧਾਰ ਤੇ ਨਹੀਂ ਸੀ ਬਣਿਆ, ਉਹ ਬੋਲੀ ਦੇ ਆਧਾਰ ਤੇ ਬਣਿਆ ਸੀਗਾ। ਬਾਕੀ ਸੂਬੇ ਵੀ ਆ ਜਿਹੜੇ ਉਹ ਬੋਲੀ ਦੇ ਆਧਾਰ ਤੇ ਰੀਆਰਗੇਨਾਈਜੇਸ਼ਨ ਇੰਡੀਆ ਦੀ ਹੋਈ ਸੀ। ਸੋ ਬੋਲੀ ਦੇ ਆਧਾਰ ਤੇ ਮੇਰੇ ਖਿਆਲ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਹੀ ਪੰਜਾਬ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ, ਤੇ ਜਿਹੜੇ ਗੈਰ ਪੰਜਾਬੀ ਬੋਲਦੇ ਇਲਾਕੇ ਆ ਉਹ ਸ਼ਾਮਲ ਨਹੀਂ ਹੋਣੇ ਚਾਹੀਦੇ। ਪਰ ਇੱਥੇ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਹ ਇਹ ਆ ਵੀ ਪੋਲੀਟੀਕਲ ਸਿਚੁਏਸ਼ਨ ਕਦੇ ਵੀ ਸਟੈਟਿਕ ਨਹੀਂ ਹੁੰਦੀ, ਡਾਇਨਾਮਿਕ ਹੁੰਦੀ ਆ। ਜਿਹੜੀ ਅੱਜ ਦੀ ਪੋਲੀਟੀਕਲ ਸਿਚੁਏਸ਼ਨ ਹੈ, ਖਾਸ ਕਰਕੇ ਕਿਸਾਨ ਮੋਰਚੇ ਤੋਂ ਬਾਅਦ ਦੀ ਪੋਲੀਟੀਕਲ ਸਿਚੁਏਸ਼ਨ ਹੈ, ਤੇ ਖਾਸ ਕਰਕੇ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਰੋਲ ਆ, ਉਹ ਇਹ ਹੈ ਵੀ ਪੰਜਾਬੀ ਬੋਲੀ ਆ ਜਿਹੜੀ ਉਹਦੀ ਸੌਫਟ ਪਾਵਰ ਬਹੁਤ ਜ਼ਿਆਦਾ ਵਧੀ ਹੈ, ਉੱਤਰੀ ਭਾਰਤ ਦੇ ਵਿੱਚ ਵੀ ਤੇ ਗਲੋਬਲੀ ਵੀ। ਸੋ ਉਹ ਜੇ ਹੁਣ ਸਾਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਗਾ, ਜੇ ਉਹ ਆਪਦੇ ਆਪ ਨੂੰ ਪੰਜਾਬ ਦਾ ਹਿੱਸਾ ਮੰਨਦੇ ਆ ਤੇ ਪੰਜਾਬੀ ਬੋਲਣਾ ਪਸੰਦ ਕਰਨ ਲੱਗ ਜਾਂਦੇ ਆ, ਤੇ ਸਾਨੂੰ ਤਾਂ ਉਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਨਾ। ਇਹ ਕਲੇਮ ਜਿਹੜਾ ਸਿੱਧੂ ਦਾ ਕਲੇਮ ਆ ਕਿ ਹਰਿਆਣਾ ਤੇ ਹਿਮਾਚਲ ਦੇ ਦਿਓ, ਫਿਰ ਉੱਥੇ ਤਾਂ ਬਹੁ ਗਿਣਤੀ ਸਿੱਖਾਂ ਦੀ ਘਟ ਜਾਣੀ ਹੈ। ਜਿਹੜਾ ਸੁਪਨਾ ਲਿਆ ਗਿਆ ਕਿ ਸਿੱਖਾਂ ਦਾ ਰਾਜ, ਸਿੱਖਾਂ ਦੀ ਬਹੁ ਗਿਣਤੀ ਹੋਵੇ ਇੱਕ ਥਾਂ ਦੇ ਉੱਤੇ, ਸਿੱਖ ਬਹੁ ਗਿਣਤੀ ਸੂਬਾ ਨਹੀਂ ਰਹੇਗਾ ਪੰਜਾਬ। ਜਿਵੇਂ ਮੈਂ ਤੁਹਾਨੂੰ ਇਹ ਕਹਿ ਕੇ ਹਟਿਆ ਕਿ ਪੰਜਾਬ ਸੂਬਾ ਜਿਹੜਾ ਉਹ ਧਰਮ ਦੇ ਨਾਂ ਤੇ ਨਹੀਂ ਸੀ ਬਣਿਆ, ਉਹ ਬੋਲੀ ਦੇ ਨਾਂ ਤੇ ਬਣਿਆ ਸੀਗਾ। ਉਹਦਾ ਸਾਰਾ ਆਧਾਰ ਪੰਜਾਬੀ ਬੋਲੀ ਸੀ, ਪਰ ਉਹਦੀ ਪੋਲਿਟਿਕਸ ਤੇ ਸਿੱਖ ਪੋਲਿਟਿਕਸ ਹੀ ਹੋਈ ਨਾ। ਇਹ ਤਾਂ ਜਿਹੜਾ ਉਹਦਾ ਡੋਮੀਨੇਟ ਕਰਨ ਵਾਲੇ ਬੰਦਿਆਂ ਨੇ ਕਿਹਾ, ਨਹੀਂ, ਉਹਦੀ ਡੋਮੀਨੇਸ਼ਨ ਤਾਂ ਸਿੱਖਾਂ ਦੀ ਹੋਈ ਨਾ। ਦੇਖੋ 47 ਤੋਂ ਪਹਿਲਾਂ
ਮੁਸਲਿਮ ਪਾਪੂਲੇਸ਼ਨ ਜ਼ਿਆਦਾ ਸੀ ਪੰਜਾਬ ਦੀ, 47 ਤੋਂ ਬਾਅਦ ਹਿੰਦੂ ਪਾਪੂਲੇਸ਼ਨ ਸੀ। ਇਹਦੇ ਤੋਂ ਤਾਂ ਕੋਈ ਦੋ ਰਾਏ ਨਹੀਂ ਕਿ 66 ਤੋਂ ਬਾਅਦ ਪੰਜਾਬ ਦੀ ਬਹੁਤ ਗਿਣਤੀ ਸਿੱਖ ਹੋਈ। ਦੋ ਥਾਵਾਂ ਦੇ ਉੱਤੇ, ਉਹਦੇ ਕਸ਼ਮੀਰ ਤੇ ਵਾਸਤੇ ਪੰਜਾਬ, ਜਿਹੜੀ ਜਿੱਥੇ ਦੇਖੋ ਜਿੱਥੇ ਮੈਜੋਰਿਟੀ ਸੀ ਪੰਜਾਬ 'ਚ ਸਿੱਖ ਮਿਨੋਰਿਟੀ, ਪਰ ਵੈਸੇ ਮੈਜੋਰਿਟੀ ਸੀਗੇ ਇੱਥੇ ਪੰਜਾਬ 'ਚ। ਕਸ਼ਮੀਰ ਦੇ ਅੰਦਰ ਮੁਸਲਮਾਨ ਮਿਨੋਰਿਟੀ 'ਚ ਨੇ, ਵੈਸੇ ਦੇਸ਼ 'ਚ ਮਿਨੋਰਿਟੀ ਨੇ, ਉੱਥੇ ਮੈਜੋਰਿਟੀ 'ਚ। ਦੇਖੋ, ਜਿਹੜੀ ਇਹਦੇ ਬਾਰੇ ਨਾ, ਇਸ ਮਸਲੇ ਬਾਰੇ ਬਹੁਤ ਜ਼ਿਆਦਾ ਝੂਠ ਫੈਲਾਇਆ ਗਿਆ ਹੈ। ਇਹਦੀ ਤਹਿ ਤੱਕ ਜਾਣ ਵਾਸਤੇ ਆਪਾਂ ਨੂੰ ਕਲੋਨੀਅਲ ਪੀਰੀਅਡ ਦੇ ਵਿੱਚ ਜਾਣਾ ਪੈਣਾ ਹੈ। ਕਲੋਨੀਅਲ ਪੀਰੀਅਡ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਪੰਜਾਬ ਦੇ ਉੱਤੇ ਕਬਜ਼ਾ ਹੋਇਆ, ਉਦੋਂ ਕੀ ਹੋਇਆ ਕਿ ਹਿੰਦੂ ਤੇ ਮੁਸਲਮਾਨ ਦੋਹਾਂ ਨੇ ਪੰਜਾਬੀ ਬੋਲੀ ਦੀ ਵਿਰੋਧਤਾ ਕੀਤੀ। ਹਿੰਦੂਆਂ ਨੇ ਕਿਹਾ ਕਿ ਹਿੰਦੀ ਲਾਗੂ ਕੀਤੀ ਜਾਵੇ ਵੱਧ ਤੋਂ ਵੱਧ ਪੰਜਾਬ 'ਚ, ਮੁਸਲਮਾਨਾਂ ਨੇ ਕਿਹਾ ਕਿ ਇੱਥੇ ਉਰਦੂ ਲਾਗੂ ਕੀਤਾ ਜਾਵੇ। ਸੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਸਦੀਆਂ ਤੋਂ, ਜਿਹੜੇ ਬੰਦੇ ਪੰਜਾਬ ਦੇ ਵਿੱਚ ਰਹਿੰਦੇ ਸੀ, ਜੇ ਉਹਨਾਂ ਨੇ ਪੰਜਾਬੀ ਬੋਲੀ ਨੂੰ ਤਲਾਂਜਲੀ ਦਿੱਤੀ ਹੈ ਤਾਂ ਇਹ ਉਹਨਾਂ ਦਾ ਹੀ ਇਹਦੇ ਵਿੱਚ ਕਸੂਰ ਕੱਢਿਆ ਜਾਣਾ ਬਣਦਾ ਨਾ। ਸਿੱਖਾਂ ਦਾ ਕਸੂਰ ਨਹੀਂ ਨਾ ਕੱਢਿਆ ਜਾਣਾ ਬਣਦਾ। ਸੋ ਸਿੱਖਾਂ ਨੇ ਪੰਜਾਬੀ ਬੋਲੀ ਤੇ ਪਹਿਰਾ ਦਿੱਤਾ। ਸੋ ਪੰਜਾਬੀ ਬੋਲੀ ਤੋਂ ਬਿਨਾਂ ਪੰਜਾਬ ਹੈ ਕੀ? ਹੁਣ ਜਿਹੜੇ ਲੋਕ ਇਸ ਗੱਲ ਤੇ ਬਜ਼ੈਦ ਹੈ ਕਿ ਪੰਜਾਬ ਦੇ ਵਿੱਚ ਰਹਿਣਾ ਪਰ ਬੋਲਣੀ ਹਿੰਦੀ ਹੈ, ਜਾਂ ਪੱਛਮੀ ਪੰਜਾਬ ਦੀ ਗੱਲ ਕਰ ਲਈਏ ਬੋਲਣਾ ਉਰਦੂ ਹੈ, ਉਹਨਾਂ ਲੋਕਾਂ ਉਹਨੇ ਤਾਂ ਪਹਿਲਾਂ ਹੀ ਜਿਹੜੀ ਬੇਵਫਾਈ ਕੀਤੀ ਹੋਈ ਆ ਪੰਜਾਬ ਨਾਲ। ਸੋ ਉਹਨਾਂ ਨੂੰ ਅਸੀਂ ਦੁਸ਼ਮਣ ਦੀ ਧਿਰ ਦੇ ਵਿੱਚ ਤਾਂ ਗਿਣ ਸਕਦੇ ਹਾਂ, ਪਰ ਉਹਨਾਂ ਨੂੰ ਅਸੀਂ ਆਪਦੀ ਧਿਰ ਦੇ ਵਿੱਚ ਨਹੀਂ ਗਿਣ ਸਕਦੇ। ਸੋ ਪੰਜਾਬੀ ਸੂਬੇ ਦੀ ਜਿਹੜੀ ਪੋਲਿਟਿਕਸ ਹੈ ਨਾ, ਜ਼ਿਆਦਾ ਕੰਪਲੀਕੇਟਡ ਹੈ। ਜਿੰਨੀ ਸਿੰਪਲਿਸਟਿਕ ਸਟੋਰੀ ਸਾਨੂੰ ਸੁਣਾਈ ਗਈ ਹੈ ਇਹਦੇ ਬਾਰੇ, ਵੀ ਇਹ ਤਾਂ ਜੀ ਦੇਖੋ ਸਿੱਖਾਂ ਦੀ ਇੱਕ ਚਾਲ ਸੀ ਵੀ ਆਪਦੀ ਬਹੁ ਗਿਣਤੀ ਵਾਲਾ ਸੂਬਾ ਪ੍ਰਾਪਤ ਕਰਨਾ, ਤੇ ਇਹ ਇਹੋ ਜਿਹੀ ਗੱਲ ਨਹੀਂ ਗੀ। ਤੇ ਜੇ ਸਿੱਖ ਕਿਸੇ ਸੂਬੇ ਦੇ ਵਿੱਚ ਐਕਸੀਡੈਂਟਲੀ ਬਹੁ ਗਿਣਤੀ ਹੋ ਵੀ ਗਏ ਤਾਂ ਇਹਦੇ ਚ ਕੀ ਮਾੜੀ ਗੱਲ ਸੀ? ਨਹੀਂ, ਮੈਂ ਕਹਿ ਰਿਹਾ ਕਿ ਜਿਹੜਾ ਸਾਂਝਾ, ਜਿਹੜਾ 66 ਤੋਂ ਪਹਿਲਾਂ ਸਾਂਝਾ ਪੰਜਾਬ ਆ, ਉੱਥੇ ਭਾਸ਼ਾ ਤਾਂ ਜੇ ਪਹਾੜਾਂ 'ਚ ਆਪਦੀ ਪਹਾੜੀ ਵੀ ਬੋਲਦੇ ਹੋਣਗੇ, ਹਰਿਆਣੇ ਵਾਲੇ ਆਪਦੀ ਹਰਿਆਣੇ ਵੀ ਬੋਲਦੇ ਹੋਣਗੇ, ਹਨਾ, ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਸੀ। ਜਾਂ ਜਦੋਂ ਸਾਂਝਾ ਗ੍ਰੇਟ ਪੰਜਾਬ ਸੀ, ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀਗਾ, ਉਹਦੇ 'ਚ ਵੀ ਭਾਸ਼ਾ ਤਾਂ ਜ਼ਰੂਰੀ ਨਹੀਂ ਹਰ ਥਾਂ ਦੇ ਉੱਤੇ ਉਹੀ ਭਾਸ਼ਾ ਬੋਲੀ ਜਾਂਦੇ। ਹੋ ਸਕਦਾ ਲੇਹ ਲਦਾਖ 'ਚ ਉਦੋਂ ਵੀ ਬਾਕੀ ਥਾਵਾਂ ਦੇ ਉੱਤੇ ਭਾਸ਼ਾ ਜਿਹੜੀ, ਜਾਂ ਕਿੱਥੇ ਤੱਕ ਰਾਜ ਸੀਗਾ ਅਫਗਾਨਿਸਤਾਨ ਤੱਕ, ਉੱਥੇ ਭਾਸ਼ਾ ਤਾਂ ਸ਼ਾਇਦ ਉਹਨਾਂ ਕਸ਼ਮੀਰ 'ਚ ਵੀ ਸੀ। ਹਾਂਜੀ, ਮੈਂ ਇਹੀ ਕਹਿ ਰਿਹਾਗਾ। ਫਿਰ ਇਹ ਤਾਂ ਬੜਾ ਕੰਪਲੈਕਸ ਇਸ਼ੂ ਹੈ ਨਾ, ਇਹ ਬੜੀਆਂ ਕੰਪਲੈਕਸ ਲਾਈਨਾਂ ਨੇ ਸਿੱਧੂ ਦੀਆਂ। ਮੈਂ ਉੱਥੇ ਭਾਸ਼ਾ ਤੁਸੀਂ ਕਿਵੇਂ ਕਹਿ ਦੋਗੇ ਕਿ ਉਹ ਭਾਸ਼ਾ, ਤੁਸੀਂ ਕਿਵੇਂ ਕਹਿ ਦੋਗੇ ਕਿ ਉਹ ਭਾਸ਼ਾ ਪੰਜਾਬੀ ਹੀ ਅਪਣਾਉਣ? ਮੰਨ ਲਓ ਹਿੱਸਾ ਕਿਸੇ ਰਾਜ ਦਾ ਹੋ ਸਕਦਾ ਉੱਥੇ ਭਾਸ਼ਾ ਨਾ ਹੋਵੇ। ਉਹਨਾਂ ਦੀਆਂ ਵੀ ਭਾਵਨਾਵਾਂ 'ਚ ਸਾਰੀਆਂ ਚੀਜ਼ਾਂ ਪੈਦਾ ਹੋਈਆਂ ਨੇ। ਹਾਲਾਂਕਿ ਉਹਨਾਂ ਕੋਲ ਆਪਣੀ ਲਿਪੀ ਨਹੀਂ ਆ, ਪੰਜਾਬੀ ਕੋਲ ਆਪਣੀ ਲਿਪੀ ਸੀਗੀ ਨਾ, ਹਰਿਆਣੇ ਕੋਲ ਆਪਣੀ ਲਿਪੀ ਹੈ ਨਾ, ਪਹਾੜੀਆਂ ਕੋਲ। ਜੀ ਮੈਂ ਨਹੀਂ ਕਹਿੰਦਾ, ਮੇਰੀ ਪੋਜੀਸ਼ਨ ਨਹੀਂ ਹੈ ਇਹ, ਜੀ ਨਾ ਹੀ ਮੇਰੀ ਪੋਜੀਸ਼ਨ ਸਿੱਧੂ ਵਾਲੀ ਹੈ। ਜੀ ਮੇਰੀ ਪੋਜੀਸ਼ਨ ਤਾਂ ਸਿਰਫ ਇੰਨੀ ਹੈ ਬਈ ਜੇ ਕੋਈ ਪੰਜਾਬ ਦਾ ਹਿੱਸਾ ਬਣਨਾ ਚਾਹੁੰਦਾ ਤਾਂ ਪੰਜਾਬੀ ਬੋਲੀ ਤਾਂ ਉਹਨੂੰ ਸਵੀਕਾਰ ਕਰਨੀ ਚਾਹੀਦੀ ਹੈ ਨਾ। ਇਹਦੇ ਤਾਂ ਕੋਈ ਦੋ ਰਾਏ ਹੈ ਹੀ ਨਹੀਂ ਗੀ। ਤੇ ਜਿਹੜਾ ਬੰਦਾ ਪੰਜਾਬ 'ਚ ਰਹਿ ਕੇ ਪੰਜਾਬੀ ਬੋਲੀ ਨੂੰ ਸਵੀਕਾਰ ਨਹੀਂ ਕਰਦਾ, ਉਹ ਕਾਹਦਾ ਪੰਜਾਬੀ ਹੈ? ਪਰ ਇਹ 'ਚ ਤਾਂ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸ ਦਿੰਦਾ, RSS ਦੇ ਉਰੇ ਹੈੱਡ ਆਉਂਦੇ ਨੇ ਪੰਜਾਬ ਦੇ ਅੰਦਰ, ਉਹ ਆ ਕੇ ਇਸ ਗੱਲ ਨੂੰ ਦਾ ਕਟੀਕ ਆ ਉਹਨਾਂ ਦਾ ਪੂਰਾ ਕਿ ਨਹੀਂ ਜੀ ਪੰਜਾਬੀ ਹੀ ਹੋਣੀ ਚਾਹੀਦੀ ਹੈ, ਪੰਜਾਬ ਦੇ ਹਿੰਦੂਆਂ ਦੀ ਲੈਂਗੁਏਜ ਪੰਜਾਬੀ ਹੋਣੀ ਚਾਹੀਦੀ ਹੈ। ਇਹ ਗੱਲ ਬਕਾਇਦਾ ਤੌਰ ਤੇ RSS ਦੇ ਹੈੱਡ ਨੇ ਆ ਕੇ ਜਲੰਧਰ 'ਚ ਕਹੀ ਸੀ। IP ਸਿੰਘ ਨੇ ਤੇ ਬਹੁਤ ਲੰਬੀ ਸਟੋਰੀ ਕੀਤੀ। ਨਹੀਂ, ਦੇਖੋ ਉਹਨਾਂ ਨੇ ਪੋਜੀਸ਼ਨ ਆਪਦੀ ਬਦਲੀ ਹੈ। ਜਨਸੰਘ ਦੀ ਪੋਜੀਸ਼ਨ ਪੰਜਾਬੀ ਸੂਬਾ ਮੋਰਚਾ ਦੌਰਾਨ ਕੁਝ ਹੋਰ ਸੀ। ਉਹਨਾਂ ਦਿਨਾਂ ਦੇ ਵਿੱਚ ਜਨਸੰਘ ਪੰਜਾਬੀ ਹਿੰਦੂਆਂ ਨੂੰ ਕਹਿ ਰਿਹਾ ਸੀ ਆਪਦੀ ਮਾਂ ਬੋਲੀ ਹਿੰਦੀ ਲਿਖਾਓ। ਸੋ ਹੁਣ ਉਹਨਾਂ ਨੇ ਪੋਜੀਸ਼ਨ ਆਪਦੀ ਬਦਲੀ ਹੈ। ਉਸੇ ਦੌਰ 'ਚ ਪ੍ਰਭਸ਼ਾਨ ਵੀਰ, ਉਸੇ ਦੌਰ 'ਚ 67 ਦੇ 70s ਦੇ ਦੌਰ 'ਚ ਜਿਹੜੇ RSS ਦੇ ਹੈੱਡ ਨੇ ਉਹ ਜਲੰਧਰ ਆਉਂਦੇ ਨੇ। IP ਸਿੰਘ ਨੇ ਬੜੀ ਵੱਡੀ ਇਹ ਤੇ ਰਿਪੋਰਟਿੰਗ ਕੀਤੀ ਟਾਈਮਜ਼ ਆਫ ਇੰਡੀਆ 'ਚ। ਉਦੋਂ ਆ ਕੇ ਉਹ ਕਹਿੰਦੇ ਨੇ ਕਿ ਇਹ ਗਲਤ ਗੱਲ ਆ, ਜਿਹੜੇ ਬੰਦੇ ਕਹਿ ਰਹੇ ਨੇ ਪੰਜਾਬ ਦੇ ਹਿੰਦੂਆਂ ਦੀ ਲੈਂਗੁਏਜ ਹਿੰਦੀ ਹੈ, ਪੰਜਾਬੀ ਹੈ, ਇਹ RSS ਦਾ ਹੈੱਡ ਕਹਿ ਰਿਹਾ ਜਲੰਧਰ 'ਚ ਆ ਕੇ। ਦੇਖੋ, ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਸੀ ਹਿੰਦੂਆਂ ਵੱਲੋਂ, ਉਹਨਾਂ ਦੇ ਵਿੱਚ ਨਾਅਰੇ ਕੀ ਲੱਗਦੇ ਸੀ? ਆਰੀਆ ਸਮਾਜ ਵਾਲਿਆਂ ਦੀ ਇੱਕ ਬਕਾਇਦਾ ਕੰਪੇਨ ਚਲਾਈ ਗਈ। ਕਈ ਵਾਰੀ ਨਾ ਕੀ ਹੁੰਦਾ ਵੀ ਜਿਹੜੇ ਪੋਲਿਟਿਕਸ ਜਿਹੜੀ ਉਹ ਇੰਨੀ ਸਿੱਧੀ ਗੇਮ ਨਹੀਂ ਗੀ। ਕਈ ਵਾਰੀ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਤੇ ਵਿਖਾਉਣ ਨੂੰ ਕੁਝ ਹੋਰ ਹੁੰਦੇ ਆ। ਕਈ ਵਾਰੀ ਜਿਹੜੇ ਅਖਬਾਰੀ ਬਿਆਨ ਆ ਜਿਹੜੇ ਉਹ ਕੁਝ ਹੋਰ ਕਹਿ ਰਹੇ ਹੁੰਦੇ ਆ। ਹੁਣ ਤੁਸੀਂ 1 ਜੂਨ ਨੂੰ ਜਿਹੜਾ ਇੰਦਰਾ ਗਾਂਧੀ ਨੇ ਬਿਆਨ ਦਿੱਤਾ ਸੀ 1 ਜੂਨ 1984 ਨੂੰ, ਉਹ ਬਿਆਨ ਤਾਂ ਇਹ ਸੀ ਵੀ ਅਸੀਂ ਕਿਸੇ ਵੀ ਹਾਲਤ 'ਚ ਹਮਲਾ ਨਹੀਂ ਕਰਾਂਗੇ, ਅਸੀਂ ਇਹਨੂੰ ਬਿਲਕੁਲ ਸ਼ਾਂਤੀਪੂਰਵਕ ਸੁਲਝਾਵਾਂਗੇ। ਤੇ ਫੌਜ ਨੇ ਉਦੋਂ ਘੇਰਿਆ ਹੋਇਆ ਸੀ, ਕਰਫਿਊ ਪੰਜਾਬ ਦੇ ਵਿੱਚ ਲੱਗਿਆ ਹੋਇਆ ਸੀ। ਸੋ ਇਹ ਗੱਲ ਹੁਣ ਜਦੋਂ 100 ਸਾਲ ਨੂੰ ਕੋਈ ਬੰਦਾ ਕਿਤਾਬ ਲਿਖੂਗਾ 84 ਤੇ ਉਹ ਇੰਦਰਾ ਗਾਂਧੀ ਦਾ ਬਿਆਨ ਕੱਢ ਕੇ ਕਹਿ ਦੂਗਾ ਦੇਖੋ ਜੀ ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਇਹ ਕਹਿ ਰਹੀ ਸੀ, ਇਹ ਤਾਂ ਬਿਲਕੁਲ ਸਾਨੂੰ ਝੂਠ ਦੱਸਿਆ ਗਿਆ 100 ਸਾਲ ਕਿ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ, ਉਹਦਾ ਤਾਂ ਬਿਆਨ ਹੀ 1 ਜੂਨ ਦਾ ਕੁਝ ਹੋਰ ਹੈ। ਸੋ ਇਹ ਗੱਲ ਨਹੀਂ ਹੁੰਦੀ ਕਿ
ਗੱਲ ਤਾਂ ਇਹ ਹੈ ਨਾ ਵੀ ਉਸ ਵੇਲੇ ਹਿੰਦੂ ਮੋਬਿਲਾਈਜ਼, ਪੰਜਾਬ ਦਾ ਹਿੰਦੂ ਮੋਬਿਲਾਈਜ਼ ਕਿਹੜੀ ਗੱਲ ਤੇ ਹੋਇਆ? ਉਹ ਇਸ ਗੱਲ ਤੇ ਹੋਇਆ ਕਿ ਸਾਡੀ ਮਾਂ ਬੋਲੀ ਤਾਂ ਹਿੰਦੀ ਆ, ਸਾਡੀ ਮਾਂ ਬੋਲੀ ਪੰਜਾਬੀ ਨਹੀਂ। ਤਾਂ ਹੁਣ ਕੀ ਜਦੋਂ ਇਸ ਤਰ੍ਹਾਂ ਦੀ ਗਾਇਕੀ ਹੁੰਦੀ ਹੈ, ਇੱਕ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇੱਕ ਧਿਰਾਂ ਨੂੰ ਕਿਹਾ, ਮੈਨੂੰ ਲੱਗਦਾ ਉਹ ਸਾਰੇ ਹੀ ਸ਼ਾਮਲ ਨੇ। ਅਗਰ ਤੁਸੀਂ ਜਿਵੇਂ ਤੁਸੀਂ ਕਿਹਾ ਕਲਚਰ ਡਰਾਈਵ ਕਰਦਾ ਰਾਜਨੀਤੀ ਨੂੰ, ਤੁਸੀਂ ਪਿਛਲੇ ਇੰਟਰਵਿਊ 'ਚ ਕਹਿ ਰਹੇ ਸੀ ਹਨਾ, ਅਗਰ ਕਲਚਰ ਡਰਾਈਵ ਵੀ ਕਰ ਰਿਹਾ, ਅਗਰ ਰਾਜਨੀਤੀ ਦੇ ਅੰਦਰ ਕੋਈ ਵੀ ਧਿਰਾਂ, ਚਾਹੇ ਤੁਹਾਡਾ ਵੀ ਤਾਂ ਇੱਕ ਕਲੇਮ ਆ ਪੰਜਾਬ ਦੇ ਉੱਤੇ, ਤੁਸੀਂ ਦੋਨੇ ਭਰਾ ਵੀ ਪੰਜਾਬ ਦੇ ਉੱਤੇ ਇੱਕ ਲੰਬੀ ਗੱਲ ਕਰਦੇ ਹੋ, ਵੱਡੀ ਗੱਲ ਕਰਦੇ ਹੋ, ਨੈਰੇਟਿਵ 'ਚ ਤਾਂ ਤੁਸੀਂ ਵੀ ਕਲੇਮ ਕਰਦੇ ਹੋ ਨਾ, ਨੈਰੇਟਿਵ ਦੇ ਅੰਦਰ ਤਾਂ ਤੁਹਾਡਾ ਵੀ ਇੱਕ ਵੱਡਾ ਕਲੇਮ ਆਗਾ। ਇਹਦਾ ਮਤਲਬ ਆਉਣ ਵਾਲੇ ਸਮੇਂ 'ਚ ਸਾਡੀ ਦਾਅਵੇਦਾਰੀ ਕੋਈ ਨਹੀਂ, ਅਸੀਂ ਤਾਂ ਬੇਨਤੀ ਕਰਦੇ ਹਾਂ। ਚਲੋ, ਉਹ ਤਾਂ ਉਹ ਵੀ ਤੁਹਾਡੀ ਪੋਲੀਟੀਕਲ ਸਟੇਟਮੈਂਟ ਕਹਿ ਸਕਦਾ ਮੈਂ ਇਹਨੂੰ, ਇਹ ਤਾਂ ਪੋਲੀਟੀਕਲ ਸਟੇਟਮੈਂਟ ਆ ਨਾ। ਮੈਂ ਇਹ ਪੁੱਛ ਰਿਹਾਗਾ ਕਿ ਇਹ ਮੰਨਿਆ ਜਾਵੇ ਆਉਣ ਵਾਲੇ ਸਮੇਂ ਦੇ ਅੰਦਰ ਫਿਰ ਰਾਜਨੀਤੀ ਨੂੰ ਦਿਸ਼ਾ ਕਲਚਰ ਦੇਗਾ, ਯਾਨੀ ਇਸ ਤਰ੍ਹਾਂ ਦੇ ਜਿਹੜੇ ਸਿੱਧੂ ਮੂਸੇ ਵਾਲੇ ਨੇ ਤਾਂ ਇੱਕ ਗਾਣਾ ਗਾਤਾ, ਅਗਰ ਹੋਰ ਗਾਣੇ ਆਉਂਦੇ ਨੇ, ਕੀ ਉਹ ਫਿਰ ਉਹ ਜਿਹੜੀ ਚੀਜ਼ ਆਏਗੀ ਉਹ ਇਹਨਾਂ ਚੀਜ਼ਾਂ ਦਾ ਇੱਕ ਨੈਰੇਟਿਵ ਬਿਲਡ ਹੀ ਕਰੇਗੀ ਜਾਂ ਲੀਡ ਵੀ ਕਰਨ ਲੱਗ ਜਾਏਗੀ? ਫਿਰ ਤਾਂ ਕੀ ਇਹ ਮੰਨਿਆ ਜਾਵੇ ਲੀਡਰਸ਼ਿਪ ਉਹਨਾਂ ਦੀ ਹੋਏਗੀ? ਦੇਖੋ, ਸਾਰੀ ਦੁਨੀਆ ਦੇ ਵਿੱਚ ਕਲਚਰ ਪੋਲਿਟਿਕਸ ਨੂੰ ਲੀਡ ਕਰ ਰਿਹਾ। ਜਿਹੜੀ ਕਰੰਟ ਕਲਚਰ ਵਾਰ ਚੱਲ ਰਹੀ ਹੈ ਵੈਸਟ ਦੇ ਵਿੱਚ ਵੀ, ਤੇ ਉਹ ਆਪਣੇ ਵੀ ਆ ਰਹੀ ਹੈ ਹੁਣ, ਉਹ ਕੀ ਹੈ? ਕਲਚਰ ਵਾਰ ਪੋਲਿਟਿਕਸ ਨੂੰ ਡਿਟਰਮਿਨ ਕਰਦੀ ਹੈ ਹਰ ਥਾਂ ਤੇ। ਜਿਹੜੀ ਲੈਫਟ ਰਾਈਟ ਦੀ ਆਇਡੈਂਟੀਟੀ ਪੋਲਿਟਿਕਸ ਦੀ ਕਲਚਰ ਵਾਰ ਆ, ਉਹ ਪੋਲਿਟਿਕਸ ਚੱਲਦੀ ਸਾਰੀ ਉਹਦੇ ਚੱਲ ਹੀ ਵੈਸਟ ਦੇ ਵਿੱਚ ਤਾਂ ਉਹਦੇ ਅਕੋਰਡਿੰਗ ਰਹੀ ਆ, ਤੇ ਆਪਣੇ ਵੀ ਹੌਲੀ ਹੌਲੀ ਉਹ ਆ ਰਹੀ ਆ। ਸੋ ਕੀ ਤੇ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਇਹ ਦੋਵੇਂ ਇਸ ਗੱਲ ਦੇ ਤੁਸੀਂ ਕਹਿ ਲਓ ਸਬੂਤ ਨੇ ਕਿ ਕਲਚਰ ਜਿਹੜਾ ਉਹ ਪੋਲਿਟਿਕਸ ਨੂੰ ਡਰਾਈਵ ਕਰਦਾ। ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੀ ਇਹ ਕਲਚਰਲ ਸ਼ਿਫਟ ਆਈ ਹੈ ਇਹਨਾਂ ਬੰਦਿਆਂ ਰਾਹੀਂ, ਕੀ ਇਹ ਪ੍ਰਵੇਲ ਕਰ ਜੂਗੀ ਪੰਜਾਬ ਦੀ ਪੋਲਿਟਿਕਸ ਦੇ ਉੱਤੇ? ਦੇਖੋ, ਇਹਦੇ ਬਾਰੇ ਮੈਂ ਬਹੁਤ ਦਾਅਵੇ ਨਾਲ ਨਹੀਂ ਕਹਿ ਸਕਦਾ ਵੀ ਕਰ ਹੀ ਜਾਊਗੀ, ਪਰ ਮੈਂ ਇਹ ਜ਼ਰੂਰ ਕਹਿੰਦਾ ਕਿ ਬਹੁਤ ਵੱਡੀ ਸੰਭਾਵਨਾ ਹੈ ਕਿ ਇਹ ਪ੍ਰਵੇਲ ਕਰ ਸਕਦੀ ਹੈ। ਜਿਸ ਕਿਸਮ ਦੇ ਹਾਲਾਤ ਬਣ ਰਹੇ ਆ, ਲੋਕ ਨਾ ਇੱਕ ਕਿਸਮ ਦੀ ਨੀਂਦ ਦੇ ਵਿੱਚੋਂ ਜਾਗ ਰਹੇ ਆ। ਨੀਂਦ ਦੇ ਵਿੱਚੋਂ ਨਹੀਂ, ਇੱਕ ਕਿਸਮ ਦੇ ਕੋਮਾ ਦੇ ਵਿੱਚੋਂ ਜਾਗ ਰਹੇ ਆ, ਜਿਹੜਾ ਕੋਮਾ ਆਰਟੀਫਿਸ਼ਲੀ ਜਨਰੇਟ ਕੀਤਾ ਗਿਆ ਟੀਕੇ ਲਾ ਕੇ, ਨੈਰੇਟਿਵ ਦੇ ਟੀਕੇ ਲਾ ਕੇ। ਉਹਦੇ ਵਿੱਚੋਂ ਹੁਣ ਲੋਕਾਂ ਨੂੰ ਸੁਰਤ ਸੰਭਾਲ ਰਹੇ ਆ। ਜੇ ਉਹਨਾਂ ਨੂੰ ਮਾਰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਾ ਪਈ, ਤਾਂ ਮੈਨੂੰ ਲੱਗਦਾ ਵੀ ਛੇਤੀ ਬਹੁਤ ਵੱਡੀ ਪੱਧਰ ਦੀ ਜਾਗਰਤੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਆ ਜਾਣੀ ਹੈ। ਇਹਨਾਂ ਗਾਣਿਆਂ ਦਾ ਤੇ ਹੋਰਾਂ ਚੀਜ਼ਾਂ ਦਾ ਉਹਦੇ ਵਿੱਚ ਕਾਫੀ ਵੱਡਾ ਰੋਲ ਹੋਣਾ। ਪ੍ਰਭਸ਼ਨ ਵੀਰ, ਇਸੇ ਗੱਲ ਨੂੰ ਜਦੋਂ ਨੈਰੇਟਿਵ ਦਾ ਟੀਕਾ ਲਾਉਣ ਦੀ ਤੁਸੀਂ ਗੱਲ ਕਹਿ ਰਹੇ ਹੋ, ਕਹਿੰਦੇ ਆ, ਜਿਹੜਾ ਮੈਂ ਕਹਿ ਰਿਹਾਗਾ ਕਿ ਇੱਕ ਧਿਰ ਉਹ ਆ ਜਿਹੜੀ ਲਗਾਤਾਰ ਇਹਦੀ ਲੋਚਕ ਰਹੀ ਹੈ, ਵਿਦਵਾਨਾਂ ਦੇ ਰੂਪ 'ਚ ਵੀ ਤੁਹਾਨੂੰ ਪਤਾ ਹੈਗਾ ਹਨਾ, ਜਿਹੜੀ ਇਸ ਗੱਲ ਦੀ ਲੋਚਨਾ ਕਰਦੀ ਰਹੀ ਆ, ਇਹਨੂੰ ਫਾਸਿਜ਼ਮ ਤੱਕ ਕਹਿਣ ਤੱਕ ਗਈ ਹੈ ਕਿ ਪੂਰੀ ਮੂਵਮੈਂਟ ਫਾਸਿਜ਼ਮ ਸੀਗੀ, ਔਰ ਇੱਕ ਪੋਲੀਟੀਕਲ ਧਿਰ ਵੀ ਰਹੀ ਹੈਗੀ। ਮੈਂ ਤੁਹਾਡੇ ਤੋਂ ਪੁੱਛਦਾ, ਜਦੋਂ ਉਹ ਆਪਣਾ ਨੈਰੇਟਿਵ ਬਿਲਡ ਕਰਦੇ ਨੇ ਤਾਂ ਉਹ ਦੁਨੀਆ ਦੀਆਂ ਤਮਾਮ ਉਦਾਹਰਨਾਂ ਅੱਗੇ ਰੱਖਦੇ ਨੇ। ਸਭ ਤੋਂ ਪਹਿਲਾਂ ਉਹ, ਜਦੋਂ ਆਪਾਂ ਦੋ ਚੀਜ਼ਾਂ ਰਹੀਆਂ ਨੇ ਦੁਨੀਆ ਦੇ ਉੱਤੇ, ਇੱਕ ਪੋਲਿਟਿਕਸ ਰਹੀ ਇੱਕ ਸਮੇਂ ਦੇ ਅੰਦਰ ਕਲਾਸ ਰਾਜਨੀਤੀ, ਜਿਹੜੀ ਕਲਾਸ ਦੀ ਪੋਲਿਟਿਕਸ ਹੈਗੀ, ਜਿਹੜੀ ਕਾਰਲ ਮਾਰਕਸ ਤੋਂ ਸ਼ੁਰੂ ਹੁੰਦਿਆਂ ਵਾਇਆ ਲੈਨਨ, ਮਾਓ, ਪੂਰਾ ਜਿਹੜਾ ਲੈਟਿਨ ਅਮਰੀਕਾ ਜਾਂ ਯੂਰਪ ਦੇ ਅੰਦਰ ਪੂਰੇ ਤੇ ਇੱਕ ਰਾਜ ਕਰਦੀ ਆ, ਆਪਦੀ ਇੱਕ ਸੱਤਾ ਕਾਇਮ ਕਰਦੀ ਆ, ਦੁਨੀਆ ਦਾ ਇੱਕ ਵੱਡਾ ਨੈਰੇਟਿਵ ਬਣਦੀ ਹੈ ਕਲਾਸ ਪੋਲਿਟਿਕਸ। ਉਸ ਤੋਂ ਬਾਅਦ ਦੁਨੀਆ ਦੇ ਅੰਦਰ ਇਹਦੇ ਤੇ ਹਿਲਜੁਲ ਹੁੰਦੀ ਹੈ, ਆਇਡੈਂਟੀਟੀ ਦੀ ਪੋਲਿਟਿਕਸ ਵੀ ਬਹੁਤ ਵੱਡੇ ਪੱਧਰ ਤੇ ਭਾਰੂ ਪੈਂਦੀ ਹੈ। ਪਛਾਣ ਦੀ ਰਾਜਨੀਤੀ ਹੈ ਜਿਹੜੀ, ਉਹ ਕਲਾਸ ਦੀ ਰਾਜਨੀਤੀ ਤੇ ਜਮਾਤ ਦੀ ਰਾਜਨੀਤੀ ਤੇ ਭਾਰੂ ਪੈਂਦੀ ਹੈ। ਪਛਾਣ ਦੀ ਰਾਜਨੀਤੀ ਬੜੀ ਇੰਪੋਰਟੈਂਟ ਹੋ ਜਾਂਦੀ ਹੈ। ਇਹਦੀ ਬੜੀ ਵੱਡੀ ਲੋਚਨਾ ਲੈਫਟ ਚੋਂ ਆਉਂਦੀ ਹੈ ਕਿ ਜੀ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਪਛਾਣ ਦੀ ਰਾਜਨੀਤੀ ਨੂੰ ਦੁਨੀਆ 'ਚ ਖੜਾ ਕੀਤਾ ਗਿਆ। ਪਛਾਣ ਦੀ ਰਾਜਨੀਤੀ 'ਚੋਂ ਨਿਕਲਦਾ ਕੁਛ ਨਹੀਂ ਆ। ਪਛਾਣ ਦੀ ਰਾਜਨੀਤੀ ਦੇ ਬੜੇ ਫੇਲਿਊਰ ਵੀ ਪਏ ਨੇ, ਜਿਵੇਂ ਮੈਂ ਖਾਸ ਤੌਰ ਤੇ ਇਸਲਾਮਿਕ ਕ੍ਰਾਂਤੀ ਦੀ ਗੱਲ ਕਰਦਾ, ਜਾਂ ਹੋਰ ਜਿਹੜੇ ਮਾਡਲ ਨੇਗੇ ਪਛਾਣ ਦੀ ਰਾਜਨੀਤੀ ਦੇ, ਜਿਹੜੇ ਇੱਕ ਪੈਦਾ ਹੁੰਦੇ ਨੇ ਫਿਰ ਖਤਮ ਹੁੰਦੇ ਨੇ। ਜਿਵੇਂ ਸੋਵੀਅਤ ਯੂਨੀਅਨ ਦੀ ਲੋਚਨਾ ਹੁੰਦੀ ਹੈ, ਸੋਵੀਅਤ ਯੂਨੀਅਨ ਪੈਦਾ ਹੋ ਕੇ ਉਦੋਂ ਮੁੜ ਕੇ ਤਬਾਹ ਹੋ ਗਈ ਹੈ। ਮਾਡਲੀ ਦੋ ਤਰ੍ਹਾਂ ਦੇ ਨੈਰੇਟਿਵ ਨੇ। ਤੁਹਾਡੇ ਨੈਰੇਟਿਵ ਮੁਤਾਬਕ ਉਹ ਮਾਡਲ ਹੀ ਠੀਕ ਨਹੀਂ ਹੈਗਾ, ਉਹਦੀ ਜੜ ਦੇ ਅੰਦਰ ਹੀ ਬਹੁਤ ਸਾਰਾ ਕੁਝ ਪਿਆ ਹੈਗਾ, ਉਹਨੇ ਟਹਿਣਾ ਹੀ ਆ। ਬਿਲਕੁਲ, ਉਹ ਦੂਜੇ ਨੂੰ ਵੀ, ਜਿਹੜੀ ਦੂਜੀ ਧਿਰ ਆ ਉਹ ਦੂਜੇ ਨੂੰ ਕਹਿੰਦੀ ਆ ਤੁਹਾਡੇ ਵਾਲੇ ਨੈਰੇਟਿਵ ਨੂੰ, ਕਿ ਇਹ ਨੈਰੇਟਿਵ ਦੇ ਟੀਕੇ ਨੇ ਜਿਹੜੇ ਬਹੁਤ ਖਤਰਨਾਕ ਟੀਕੇ ਨੇ ਹਨਾ, ਜਿਹੜੇ ਜਿਹੜਾ ਅਤੀਤ ਦਿਖਾ ਕੇ ਅਤੀਤ ਦੇ ਟੀਕੇ ਲਾਏ ਜਾ ਰਹੇ ਨੇ, ਇਹ ਕਿਤੇ ਟਿਕਣੇ ਨਹੀਂ ਆ। ਸਮਾਜ ਬਹੁਤ ਐਡਵਾਂਸ ਹੋ ਚੁੱਕਿਆ ਹੈਗਾ। ਫਿਰ ਜਦੋਂ ਉਹ ਮਾਡਲ ਫੇਲ ਹੋਏ ਨੇ ਈਰਾਨ ਦੀ ਇਸਲਾਮਿਕ ਕ੍ਰਾਂਤੀ ਵਾਲੇ, ਤਾਂ ਫਿਰ ਕੀ ਕਹੋਗੇ? ਉਹ ਮਾਡਲ ਵੀ ਤਾਂ ਜਿਵੇਂ ਆਮ ਹੀ ਤੌਰ ਤੇ ਕਿਹਾ ਜਾਂਦਾ, ਜੇ ਸਿੱਖ ਆਪਣਾ ਰਾਜ ਬਣਾ ਲੈਂਦੇ ਹੁਣ ਤੱਕ ਤੇ ਗਾਹ ਪੈ ਜਾਣਾ ਸੀ। ਪਾਕਿਸਤਾਨ ਦਾ ਹਾਲ ਦੇਖ ਲਓ, ਇਹ ਦੇਖ ਲਓ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇਗੀਆਂ। ਮੈਂ ਪੁੱਛ ਰਿਹਾਗਾ, ਜਿਹੜੀ ਇਸ ਥਾਟ ਚੋਂ ਇੱਕ ਅਗਲੇ ਰਾਜ ਦੀ ਗੱਲ ਹੁੰਦੀ ਹੈ, ਇਸ ਥਾਟ ਚੋਂ ਜਿਹੜੀ, ਜਾਂ ਉਸ ਪੋਲਿਟਿਕਸ ਚੋਂ ਜਿਹੜੀ ਪੰਜਾਬ ਦੇ ਅੰਦਰ ਇੱਕ ਪੂਰਾ 2 ਦਹਾਕੇ ਚੱਲਦੀ ਰਹੀ ਹੈ, ਜਾਂ ਇਸ ਥਾਟ ਚੋਂ ਸਿੱਧੂ ਮੂਸੇਵਾਲੇ ਦੇ ਗਾਣੇ ਚੋਂ ਵੀ ਜਿਹੜਾ ਥਾਟ ਨਿਕਲ ਰਿਹਾ ਹੈਗਾ ਨਾ ਅਲਟੀਮੇਟਲੀ, ਜਾਂ ਆਨੰਦਪੁਰ ਦੇ ਮੱਤੇ ਦੀ ਤਮਾਮ ਤਰ੍ਹਾਂ ਦੀ ਰਾਜਨੀਤੀ ਹੈ, ਫਿਰ ਇਹ ਕੀ ਹੈਗਾ? ਕਿਉਂਕਿ
ਦੂਜੇ ਪਾਸੇ ਦਾ ਇਹ ਨੈਰੇਟਿਵ ਆ ਕਿ ਉਹ ਮਾਡਲ ਨੇ ਤਾਂ ਫੇਲ ਮਾਡਲ ਨੇ ਜੀ, ਤੁਹਾਡੇ ਸਾਹਮਣੇ ਸਾਰਾ ਕੁਝ ਦੁਨੀਆ ਤੇ ਫੇਲ ਹੋ ਚੁੱਕਿਆ ਹੈਗਾ ਆਇਡੈਂਟੀ ਪੋਲਿਟਿਕਸ ਦਾ। ਦੇਖੋ ਦੇਖੋ ਗੱਲ ਸੁਣੋ, ਲੈਫਟ ਨੇ ਕੀ ਕੀਤਾ ਦੁਨੀਆ ਭਰ ਦੇ ਵਿੱਚ, ਇਹਨਾਂ ਨੂੰ 91 ਤੋਂ ਬਾਅਦ ਪਤਾ ਲੱਗ ਗਿਆ ਵੀ ਅਸੀਂ ਇਕਨੋਮਿਕ ਲੜਾਈ ਹਾਰ ਗਏ ਤੇ ਇਹਨਾਂ ਨੇ ਉਸ ਹਾਰ ਨੂੰ ਸਵੀਕਾਰ ਕਰ ਲਿਆ। ਵੱਡੀ ਗੱਲ ਇਹ ਹੋਈ, ਛੋਟਾ ਜਿਹਾ ਹਿੱਸਾ ਐਵੇਂ ਜਿਹੜਾ ਕਲਾਸ ਸਟਰਗਲ ਦੀ ਅੱਜ ਕੱਲ ਗੱਲ ਕਰਦਾ, ਬਾਕੀ ਆ ਜਿਹੜੇ ਉਹ ਸਾਰੇ ਆਇਡੈਂਟੀ ਪੋਲਿਟਿਕਸ ਵੱਲ ਨੂੰ ਹੋ ਗਏ ਕਿ ਅਸੀਂ ਜੀ ਕੋਈ ਓਪਰੈਸਡ ਗਰੁੱਪ ਲੱਭਾਂਗੇ ਤੇ ਉਸ ਓਪਰੈਸਡ ਗਰੁੱਪ ਦੀ ਗੱਲ ਕਰਕੇ ਉਹਨੂੰ ਬਚਾਵਾਂਗੇ ਅਸੀਂ, ਜਿਵੇਂ ਅਮਰੀਕਾ ਦੇ ਵਿੱਚ ਕਾਲਿਆਂ ਦੀ ਗੱਲ ਹੈ। ਪਰ ਉਹ ਕਾਲਿਆਂ ਨੇ ਵੀ ਥੋੜੇ ਸਮੇਂ ਬਾਅਦ ਇਹਨਾਂ ਦੀ ਪੋਲਿਟਿਕਸ ਨੂੰ ਸਮਝ ਲਿਆ, ਉਹ ਕਹਿੰਦੇ ਵੀ ਨਹੀਂ ਤੁਸੀਂ ਪਾਸੇ ਹੀ ਰਹੋ, ਅਸੀਂ ਆਪੇ ਹੀ ਆਪਦੇ ਆਪ ਨੂੰ ਬਚਾ ਲਾਂਗੇ, ਸੋ ਤੁਸੀਂ ਸਾਡੇ ਸੰਘਰਸ਼ ਨੂੰ ਅਪਰੋਪਰੀਏਟ ਨਾ ਕਰੋ, ਸਾਨੂੰ ਆਪਦੇ ਤਰੀਕੇ ਨਾਲ ਲੜਨ ਦਿਓ। ਕਿਉਂਕਿ ਪਹਿਲਾਂ ਇਹ ਕੀ ਕਰਦੇ ਸੀ, ਜਦੋਂ ਕੋਈ ਕਾਲਾ ਪੁਲਿਸ ਦੀ ਗੋਲੀ ਨਾਲ ਮਰਦਾ ਸੀ, ਇਹ ਆ ਕੇ ਕਹਿੰਦੇ ਸੀ ਹਾਂਜੀ ਹਾਂਜੀ ਆਪਾਂ ਜੀ ਸ਼ਾਂਤਮਈ, ਬਿਲਕੁਲ ਸ਼ਾਂਤਮਈ ਵਿਚਾਰਾ ਕਰਨਾ, ਤੇ ਉਹ ਸ਼ਾਂਤਮਈ ਦੇ ਵਿੱਚ ਗੱਲ ਤਾਂ ਕਿਤੇ ਜਾਂਦੀ ਨਹੀਂ ਸੀ। ਹੁਣ ਜਦੋਂ ਦੀ ਬਲੈਕ ਲਾਈਵਜ਼ ਮੈਟਰ ਮੂਵਮੈਂਟ ਉੱਠੀ ਆ, ਜਦੋਂ ਕਾਲਿਆਂ ਨੇ ਆਪਦੇ ਹੱਥ ਦੇ ਵਿੱਚ ਸਾਰੀ ਜਿਹੜੀ ਉਹਨਾਂ ਦੀ ਸਟਰਗਲ ਦੀ ਬਾਗਡੋਰ ਲਈ ਹੈ, ਤੇ ਉਹਨਾਂ ਨੇ ਫਿਰ ਜਦੋਂ ਕੋਈ ਕਾਲੇ ਨੂੰ ਮਾਰਿਆ ਜਾਂਦਾ ਸੀ ਪੁਲਿਸ ਵੱਲੋਂ ਅਮਰੀਕਾ ਦੇ ਵਿੱਚ, ਤੇ ਅੱਗਾਂ ਲੱਗਦੀਆਂ ਸੀ, ਵਾਇਲੈਂਸ ਹੁੰਦੀ ਸੀ, ਤੇ ਉਸ ਵਾਇਲੈਂਸ ਨੂੰ ਕਾਲਿਆਂ ਦੇ ਇੰਟੈਲੈਕਚੁਅਲਸ ਨੇ ਪੂਰਾ ਡਿਫੈਂਡ ਕੀਤਾ, ਪੂਰੀ ਜਸਟੀਫਾਈ ਕੀਤੀ। ਤੇ ਗੱਲ ਵੀ ਠੀਕ ਆ ਵੀ ਭਾਈ ਇੱਕ ਪਾਸੇ ਦਾ ਬੰਦਾ ਮਰਦਾ, ਉਹਦਾ ਤਾਂ ਤੁਹਾਨੂੰ ਉਹਨਾਂ ਦੁੱਖ ਨਹੀਂ ਲੱਗਦਾ, ਤੇ ਜਦੋਂ ਕੋਈ ਇੱਥੇ ਥਾਣਾ ਸਾੜਤਾ, ਕੋਈ ਰੈਸਟੋਰੈਂਟ ਸਾੜਤਾ, ਤੇ ਉਹਦੇ ਤੇ ਤੁਸੀਂ ਪਿੱਟ ਉੱਠਦੇ ਹੋ, ਤਾਂ ਸਿਰਫ ਪ੍ਰੋਪਰਟੀ ਆ ਨਾ, ਬੰਦੇ ਦੀ ਜਾਨ ਨਾਲੋਂ ਪ੍ਰੋਪਰਟੀ ਵੱਧ ਵੈਲਿਊਏਬਲ ਕਿਵੇਂ ਹੋ, ਮੈਨੂੰ ਇਹ ਦੱਸੋ। ਸੋ ਉਹਨਾਂ ਦੀ ਇਹ ਅਪਰੋਚ ਬਿਲਕੁਲ ਠੀਕ ਸੀ। ਹੁਣ ਪੰਜਾਬ ਦੇ ਵਿੱਚ ਵੀ ਇਹ ਸਿੱਖਾਂ ਦੇ ਸੰਦਰਭ ਦੇ ਵਿੱਚ ਇਹ ਗੱਲ ਉੱਠ ਰਹੀ ਹੈ। ਸਿੱਖਾਂ ਦੇ ਸੰਦਰਭ ਦੇ ਵਿੱਚ ਤਾਂ ਥੋੜਾ ਜਿਹਾ ਫਰਕ ਇਹ ਸੀਗਾ ਕਿ ਲੈਫਟ ਨੇ ਕਿਹਾ ਹੀ ਕਦੇ ਨਹੀਂਗਾ ਵੀ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤੇ ਬਚਾਵਾਂਗੇ ਤੁਹਾਨੂੰ, ਉਹ ਤਾਂ ਕਹਿੰਦੇ ਸੀ ਕਿ ਅਸੀਂ ਤਾਂ ਸਟੇਟ ਨਾਲ ਰਲ ਕੇ ਤੁਹਾਨੂੰ ਮਾਰਾਂਗੇ। ਸੋ ਪਰ ਆਪਣਾ ਸਿੱਖ ਆ ਜਿਹੜੇ ਅੱਜ ਉਹ ਇਹ ਗੱਲ ਪਛਾਣਨ ਲੱਗ ਪਏ ਆ ਵੀ ਜਿਹੜਾ ਲੈਫਟ ਨੇ ਇੱਕ ਨਾ ਕਨਸੈਪਚੁਅਲ ਟਰੈਪ ਵਿਛਾਇਆ ਸੀਗਾ ਲੋਕਾਂ ਦੇ ਸਾਹਮਣੇ, ਵੀ ਦੇਖੋ ਜੀ ਧਰਮ ਦੀ ਇੱਕ ਫਿਰਕੇ ਦੀ ਗੱਲ ਕਰਨੀ ਤਾਂ ਗਲਤ ਹੈ, ਤੇ ਸਾਰੇ ਫਿਰਕਿਆਂ ਦੀ ਗੱਲ ਕਰਨੀ ਚਾਹੀਦੀ ਹੈ, ਤੇ ਜੇ ਸਾਰਿਆਂ ਦੀ ਇੰਡੀਆ ਸਾਰਿਆਂ ਦਾ ਸਾਂਝਾ, ਇਹ ਇੱਕ ਸੈਕੂਲਰ ਡੈਮੋਕ੍ਰੇਸੀ ਹੈ, ਤੇ ਇਹਦੇ ਚ ਸੈਕੂਲਰ ਪੋਲਿਟਿਕਸ ਕਰੋ, ਬਾਕੀ ਸਾਰੇ ਮਸਲੇ ਛੱਡ ਦਿਓ। ਹੁਣ ਇਹ ਗੱਲ ਦੇ ਵਿੱਚ ਚਲਾਕੀ ਕੀ ਸੀ? ਚਲਾਕੀ ਇਸ ਗੱਲ ਦੇ ਵਿੱਚ ਇਹ ਸੀ ਬਈ ਜਦੋਂ ਕਿਸੇ ਸ਼ਹਿਰ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਦੀ ਹੈ, ਆਪਾਂ ਸਾਰੇ ਸ਼ਹਿਰ ਦੇ ਕੱਲੇ ਘਰ ਦੇ ਵਿੱਚ ਐਂਬੂਲੈਂਸ ਥੋੜੀ ਭੇਜ ਸਕਦੇ ਹਾਂ। ਐਂਬੂਲੈਂਸ ਤਾਂ ਉੱਥੇ ਭੇਜੀ ਜਾਊਗੀ ਨਾ ਜਿੱਥੇ ਅੱਗ ਲੱਗੀ ਹੈ, ਤੇ ਅੱਗ ਦਾ ਭਾਵ ਇੱਥੇ ਡਿਸਕ੍ਰਿਮੀਨੇਸ਼ਨ ਤੋਂ। ਡਿਸਕ੍ਰਿਮੀਨੇਸ਼ਨ ਜਦੋਂ ਪੰਜਾਬ 'ਚ ਸਿੱਖਾਂ ਨਾਲ ਹੁੰਦੀ ਸੀ, ਤੇ ਫਿਰ ਗੱਲ ਤਾਂ ਸਿੱਖਾਂ ਦੀ ਹੀ ਕਰਨੀ ਪੈਣੀ ਸੀ। ਫਿਰ ਤਾਂ ਸਗੋਂ ਬਾਕੀ ਧਿਰਾਂ ਨੂੰ ਵੀ ਚਾਹੀਦਾ ਸੀਗਾ ਕਿ ਉਹ ਸਿੱਖਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ, ਉਹਦੇ ਖਿਲਾਫ ਆਵਾਜ਼ ਉਠਾਉਂਦੇ। ਪਰ ਲੈਫਟ ਨੇ ਇਹ ਟਰੈਪ ਵਿਛਾਇਆ, ਤੇ ਉਹ ਕਾਫੀ ਜ਼ਿਆਦਾ ਇਹਦੇ 'ਚ ਸਕਸੈਸਫੁਲ ਰਹੇ। ਉਹ ਪੰਜਾਬ ਦੀ ਰਾਜਨੀਤੀ ਦੇ 20-30 ਸਾਲ ਖਰਾਬ ਕਰਕੇ। ਮੈਂ ਥੋੜਾ ਫਿਲਾਸਫੀ ਵੱਲ ਲਿਆਣਾ ਚਾਹੁੰਦਾ ਤੁਹਾਨੂੰ, ਮੈਂ ਇੱਕ ਦੋ ਲਾਸਟ ਸਵਾਲ ਕਰ ਰਿਹਾ, ਮੈਂ ਫਿਲਾਸਫੀਕਲ ਡਿਬੇਟ ਵੱਲ ਲਿਆਣਾ ਚਾਹੁੰਦਾ ਤੁਹਾਨੂੰ। ਮੈਂ ਤੁਹਾਡੇ ਤੇ ਪੁੱਛ ਰਿਹਾਗਾ, ਮਾਡਰਨਿਟੀ ਦਾ ਕ੍ਰਿਟੀਕ ਪੋਸਟ ਮਾਡਰਨਿਜ਼ਮ ਸੀ, ਹਨਾ, ਲੈਫਟ ਦਾ ਕ੍ਰਿਟੀਕ ਨਿਊ ਲੈਫਟ ਚੋਂ ਵੀ ਆਇਆ ਦੁਨੀਆ ਦੇ ਅੰਦਰ। ਪੋਸਟ ਮਾਡਰਨਿਜ਼ਮ ਇੱਕ ਆਪਣੀ ਤਰ੍ਹਾਂ ਦੀ ਸਾਰੀ ਥਾਟ ਲੈ ਕੇ ਆਇਆ ਕਿ ਜੀ ਆਧੁਨਿਕਤਾ ਕੋਲ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਹੈ, ਉੱਤਰ ਆਧੁਨਿਕਤਾ ਉਹਨਾਂ ਸਵਾਲਾਂ ਦੇ ਜਵਾਬ ਦੇਗੀ, ਜੇ ਮੋਟੇ ਜਿਹੇ ਰੂਪ ਚ ਕਹਿਣਾ ਹੋਵੇ। ਤੇ ਜਦੋਂ ਚਾਹੇ ਜਿਹੜੇ ਮਾਡਲ ਬਣੇ ਉਹਨਾਂ ਨੂੰ ਪੋਸਟ ਮਾਡਰਨ ਪੋਲੀਟੀਕਲ ਮਾਡਲ ਨਹੀਂ ਕਿਹਾ ਜਾ ਸਕਦਾਗਾ, ਪਰ ਮੈਂ ਤੁਹਾਡੇ ਤੇ ਪੁੱਛ ਰਿਹਾ ਜਿਹੜੀ ਪਛਾਣ ਦੀ ਰਾਜਨੀਤੀ ਉਹਨਾਂ ਸਭ ਤੋਂ ਅਹਿਮ ਸੀਗੀ, ਹਨਾ, ਦੁਨੀਆ ਦੀ ਵਿਆਖਿਆ ਇੱਕੋ ਤਰੀਕੇ ਨਾਲ ਕਿਉਂ ਹੋਵੇ, ਦੁਨੀਆ ਇੰਨੀ ਹਰ ਥਾਂ ਤੇ ਜੁੜੀ ਨਹੀਂ, ਬੰਦਾ ਬਹੁਤ ਟੁੱਟਿਆ ਹੋਇਆਗਾ, ਦੁਨੀਆ ਬਹੁਤ ਟੁੱਟੀ ਹੋਈ ਹੈ, ਉਹਨਾਂ ਮਸਲਿਆਂ ਨੂੰ ਉੱਥੇ ਜਾ ਕੇ ਐਡਰੈਸ ਕਰਨਾ ਪਊ। ਪੋਲਿਟਿਕਸ ਦਾ ਮੇਨ ਜਿਹੜਾ ਡਿਸਕੋਰਸ ਸੀ ਇਹ ਸੀ, ਮੇਨ ਨੈਰੇਟਿਵ ਇਹ ਸੀ। ਮੈਂ ਪੁੱਛ ਰਿਹਾ ਕਿ ਜਿਹੜੇ ਆਧਾਰ ਦੇ ਉੱਤੇ ਉਹ ਮਾਡਲ ਖੜੇ ਹੋ, ਚਾਹੇ ਉਹ ਪੋਲੀਟੀਕਲ ਮਾਡਲ ਨਹੀਂ ਸੀ, ਕਿਉਂਕਿ ਕਲਚਰ ਦੀ ਪੋਲਿਟਿਕਸ ਪੋਸਟ ਮਾਡਰਨਿਜ਼ਮ ਦੇ ਅੰਦਰ ਹੀ ਸਭ ਤੋਂ ਜ਼ਿਆਦਾ ਆਈ, ਆਰਟ ਨੂੰ ਲੈ ਕੇ, ਹੋਰ ਚੀਜ਼ਾਂ ਨੂੰ ਲੈ ਕੇ। ਮੈਂ ਪੁੱਛ ਰਿਹਾ ਕਿ ਉਹ ਮਾਡਲ ਜਦੋਂ ਪੋਲੀਟੀਕਲ ਤੌਰ ਤੇ ਫੇਲ ਹੋਏ, ਤਾਂ ਸਵਾਲ ਇਹ ਪੈਦਾ ਹੁੰਦਾ ਕਿ ਪਛਾਣ ਦੀ ਰਾਜਨੀਤੀ ਵੀ ਕਿੱਥੇ ਲੈ ਜਾਏਗੀ ਬੰਦੇ ਨੂੰ। ਪਛਾਣ ਦੀ ਰਾਜਨੀਤੀ ਦੇ ਆਪਦੇ ਬਹੁਤ ਵੱਡੇ ਸੰਕਟ ਨੇ, ਉਹਦੇ 'ਚ ਤਾਂ ਬੰਦੇ ਆਪ ਹੀ ਲੜ ਕੇ ਮਰ ਜਾਣਗੇ। ਉਹਦਾ ਫੇਲਿਅਰ ਉਹਦੇ ਵਿੱਚ ਹੀ ਪਿਆਗਾ, ਜਿਹੜਾ ਇਸਲਾਮਿਕ ਕ੍ਰਾਂਤੀ ਦੇ ਤੌਰ 'ਚ ਇਰਾਨ 'ਚ ਦੇਖਿਆ ਜਾਂਦਾ, ਬਾਕੀ ਥਾਵਾਂ ਤੇ ਦੇਖਿਆ ਜਾਂਦਾ। ਪ੍ਰਭਸ਼ਨ ਵੀ ਦੇਖੋ, ਓਕੇ, ਹਾਂਜੀ, ਪੋਸਟ ਮਾਡਰਨਿਜ਼ਮ ਬਾਰੇ ਇੱਕ ਗੱਲ ਸਮਝਣ ਵਾਲੀ ਇਹ ਹੈ ਕਿ ਪੋਸਟ ਮਾਡਰਨ ਫਿਲਾਸਫੀ ਆ ਜਿਹੜੀ, ਪਹਿਲੀ ਤਾਂ ਗੱਲ ਉਹ ਕੋਈ ਯੂਨੀਫਾਈਡ ਫਿਲਾਸਫੀ ਨਹੀਂ ਗੀ। ਬਿਲਕੁਲ, ਉਹ ਤਾਂ ਬਹੁਤ ਸਾਰੇ ਵੱਖੋ ਵੱਖਰੇ ਸਟਾਂਸਿਸ ਵਾਲੇ ਬੰਦੇ ਆ ਜਿਨ੍ਹਾਂ ਨੂੰ ਉਹਨਾਂ ਦੇ ਇੰਟਰਪ੍ਰੇਟਰਸ ਨੇ ਪੋਸਟ ਮਾਡਰਨ ਦਾ ਨਾਂ ਦਿੱਤਾ। ਤੁਸੀਂ ਦਰੀਦਾ ਨੂੰ ਪੁੱਛੋ ਵੀ ਤੂੰ ਪੋਸਟ ਮਾਡਰਨ ਆ, ਉਹ ਕਹਿੰਦਾ ਇੰਟਰਵਿਊ 'ਚ ਨਾ
ਮੈਂ ਤਾਂ ਕੋਈ ਪੋਸਟ ਮਾਡਰਨ ਨਹੀਂਗਾ। ਉਹ ਮਸ਼ੀਨ ਤਾਂ ਸਗੋਂ ਫੂਕ। ਮਜ਼ਾਕ ਉਡਾਉਂਦੇ ਉਸ ਟਰਮ ਦਾ। ਹੂੰ। ਹੁਣ ਗੱਲ ਕੀ ਹੋਈ ਹੈ ਕਿ ਪੋਸਟ ਮਾਡਰਨਿਜ਼ਮ ਦਾ ਇੱਕ ਜੇ ਕੋਈ ਆਪਾਂ ਸਾਂਝਾ ਆਧਾਰ ਲੱਭਣਾ ਹੋਵੇ ਉਹ ਹੈਗਾ ਐਂਟੀ ਫਾਊਂਡੇਸ਼ਨਲਿਜ਼ਮ। ਐਂਟੀ ਫਾਊਂਡੇਸ਼ਨਲਿਜ਼ਮ ਦਾ ਮਤਲਬ ਹੈ ਵੀ ਕੋਈ ਉਹਦੀ ਐਗਜ਼ਿਸਟੈਂਸ ਦੀ ਕੋਈ ਫਾਊਂਡੇਸ਼ਨ ਨਹੀਂ ਗੀ, ਕੋਈ ਸਿੱਧੀ ਨਹੀਂ ਬਣ ਸਕਦੀ। ਹੁਣ ਗੱਲ ਇਹ ਹੈ ਕਿ ਜਿਹੜਾ ਸਿੱਖੀ ਪੋਸਟ ਮਾਡਰਨ ਨਹੀਂ ਹੈ, ਸਿੱਖੀ ਨੂੰ ਪੋਸਟ ਮਾਡਰਨਿਜ਼ਮ ਨਾਲ ਰਲਗੱਡ ਕਰਨਾ ਵੀ ਗਲਤ ਹੈ। ਜਿੰਨਾ ਉਹਨੂੰ ਮਾਡਰਨਿਜ਼ਮ ਨਾਲ ਜਾਂ ਸੋਸ਼ਲਿਜ਼ਮ ਨਾਲ ਰਲਗੱਡ ਕਰਨਾ ਗਲਤ ਹੈ, ਉਨਾ ਹੀ ਉਹਨੂੰ ਪੋਸਟ ਮਾਡਰਨਿਜ਼ਮ ਨਾਲ ਵੀ ਰਲਗੱਡ ਕਰਨਾ ਗਲਤ ਹੈ। ਪੋਸਟ ਮਾਡਰਨਿਜ਼ਮ ਦੀਆਂ ਕੁਛ ਇੱਕ ਗੱਲਾਂ ਦੀ ਸਿੱਖੀ ਦੀਆਂ ਕੁਛ ਇੱਕ ਗੱਲਾਂ ਨਾਲ ਸਮਾਨਤਾ ਹੈਗੀ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਵੀ ਦੋਵੇਂ ਇੱਕੋ ਹੀ ਚੀਜ਼ ਹੈ। ਸਿੱਖੀ ਦੇ ਵਿੱਚ ਕੀ ਹੈ ਵੀ ਕਿਸ ਚੀਜ਼ ਦਾ ਆਧਾਰ ਹੈ, ਕੋਈ ਆਧਾਰ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਕੋਈ ਉਹਦੇ ਤੇ ਕਿਸੇ ਰੇਸ਼ੀਅਲ, ਕਿਸੇ ਨਸਲੀ ਗਰੁੱਪ ਦਾ ਕੋਈ ਏਕਾਧਿਕਾਰ ਨਹੀਂ ਗਾ। ਸੋ ਉਹ ਸਾਰਿਆਂ ਲਈ ਓਪਨ ਹੈ। ਜਿਹੜਾ ਕੋਈ ਉਸ ਰਾਹ ਤੇ ਤੁਰਦਾ ਤੇ ਉਹੀ ਸਿੱਖ ਹੈ, ਠੀਕ ਹੈ ਨਾ। ਜਿਹੜੀ ਆਇਡੈਂਟੀਟੀ ਪੋਲਿਟਿਕਸ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਜਿਹੜੀ ਰੇਸ ਦੇ ਵਿੱਚੋਂ ਨਿਕਲੀ ਆਇਡੈਂਟੀਟੀ ਪੋਲਿਟਿਕਸ ਹੈ, ਜਿਹਦੇ ਚ ਰੇਸ ਨੂੰ ਹੀ ਸਾਰਾ ਕੁਝ ਮਿਥ ਲਿਆ ਜਾਂਦਾ ਜਾਂ ਕਿਸੇ ਕਾਸਟ ਨੂੰ ਸਾਰਾ ਕੁਝ ਮਿਥ ਲਿਆ ਧਰਮ ਨੂੰ ਜਾਂਦਾ, ਮਿਥ ਲਿਆ ਜਾਂਦਾ, ਉਹ ਪ੍ਰੋਬਲਮੈਟਿਕ ਜ਼ਰੂਰ ਹੈ। ਪਰ ਇੱਥੇ ਇੰਟਰਪ੍ਰੀਟੇਸ਼ਨ ਮੈਨੂੰ ਪਤਾ ਵੀ ਲੈਫਟ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖੀ ਦੀ ਮੂਵਮੈਂਟ ਦੀ। ਮੈਂ ਸਿੱਖਿਆ, ਮੈਂ ਮੰਨ ਲਓ ਇਸਲਾਮਿਕ ਕ੍ਰਾਂਤੀ ਤੇ ਆਪਾਂ ਥੋੜਾ ਜਿਹਾ ਮੰਨ ਲਓ, ਮੈਂ ਮਾਡਲ ਕਹਿਣਾ ਦੁਨੀਆ ਦਾ ਪਾਪੂਲਰ ਮਾਡਲ ਜਿਹੜਾ ਹੋਇਆ ਉਹ ਇਰਾਨ ਦੀ ਇਸਲਾਮਿਕ ਕ੍ਰਾਂਤੀ ਦਾ ਹੋਇਆਗਾ ਹਨਾ। ਮਤਲਬ ਦੁਨੀਆ ਦੇ ਜਿਹੜੀ ਪੋਲਿਟਿਕਸ ਦੀ ਚਰਚਾ ਹੋਈ ਹੈਗੀ, ਦੁਨੀਆ ਪੱਧਰ ਤੇ ਹਰ ਥਾਂ ਤੇ ਹਰ ਮੁਲਕ ਚ ਉਹਦੀ ਚਰਚਾ ਹੋਈ। ਉਸ ਸੰਦਰਭ ਚ ਕੀ ਕਹੋਗੇ ਫਿਰ, ਜੇ ਉਸ ਸੰਦਰਭ ਚ ਪੰਜਾਬ ਨੂੰ ਜੋੜ ਕੇ ਕਹਿਣਾ ਹੋਵੇ, ਸਿੱਖ ਸੰਦਰਭ ਨੂੰ ਜੋੜ ਕੇ ਕਹਿਣਾ ਹੋਵੇ, ਕਿਉਂਕਿ ਇਸਲਾਮ ਵੀ ਆਪਣੇ ਆਪ ਚ ਉਹ ਵੀ ਕਹਿੰਦੇ ਹੈਗੇ ਸਾਡਾ ਕੋਈ ਉਹ ਨਹੀਂਗਾ। ਦੱਸੋ ਜਿਵੇਂ ਵੀ। ਜੀ ਜੀ। ਦੋ ਗੱਲਾਂ। ਇੱਕ ਅਮਰੀਕਨ ਜਰਨਲਿਸਟ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਕੋਲੇ ਆਇਆ ਤੇ ਉਹਨਾਂ ਨੂੰ ਕਹਿੰਦਾ ਵੀ ਲੋਕ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਆਇਤੁੱਲਾ ਖਮੇਨੀ ਹੋ। ਤੇ ਸੰਤਾਂ ਨੇ ਉਹਨੂੰ ਜਵਾਬ ਦਿੱਤਾ ਵੀ ਮੈਂ ਕੋਈ ਖਮੇਨੀ ਨਹੀਂ ਗਾ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਸੋ ਇਹ ਜਵਾਬ ਦੇ ਵਿੱਚ ਹੀ ਗੱਲ ਦਾ ਜਵਾਬ ਪਿਆ ਕਿ ਈਰਾਨ ਦੀ ਮੁਸਲਮਾਨਾਂ ਦੀ ਸਿਚੁਏਸ਼ਨ ਤੇ ਸਿੱਖਾਂ ਦੀ ਸਿਚੁਏਸ਼ਨ ਹੈ ਜਿਹੜੀ ਉਹ ਸਿਮਿਲਰ ਨਹੀਂ ਗੀ, ਉਹਨਾਂ ਦੋਵਾਂ ਦੇ ਵਿੱਚ ਫਰਕ ਹੈ। ਦੂਜੀ ਗੱਲ ਜਿਹੜੀ ਮੈਂ ਪਹਿਲਾਂ ਵੀ ਕੀਤੀ ਸੀ, ਅੱਜ ਵੀ ਕਰਦਾ, ਇੰਡੀਆ ਇੱਕ ਸੈਕੂਲਰ ਡੈਮੋਕ੍ਰੇਸੀ ਹੈ, ਈਰਾਨ ਇੱਕ ਥਿਓਕਰੈਟਿਕ ਇਸਲਾਮਿਕ ਰਿਪਬਲਿਕ ਹੈ। ਪਰ ਈਰਾਨ ਹੈ ਜਿਹੜਾ ਉਹ ਇੰਡੀਆ ਤੋਂ ਮਾਈਨੋਰਟੀਜ਼ ਨਾਲ ਡਿਸਕ੍ਰਿਮੀਨੇਸ਼ਨ ਦੇ ਮਾਮਲੇ ਦੇ ਵਿੱਚ, ਕਤਲੋਗਾਰਤ ਦੇ ਮਾਮਲੇ ਦੇ ਵਿੱਚ ਕਿਤੇ ਚੰਗਾ। ਇਹ ਗੱਲ ਨੂੰ ਜੇ ਦੁਨੀਆ ਦੇ ਬਹੁਤੇ ਲੋਕ ਜਾਂ ਖੱਬੇ ਪੱਖੀ ਇੰਟੈਲੈਕਚੁਅਲ ਨਹੀਂ ਕਰ ਰਹੇ, ਇਹਦਾ ਮਤਲਬ ਇਹ ਥੋੜੀ ਹੈ ਵੀ ਇਹ ਗੱਲ ਝੂਠ ਹੈ, ਠੀਕ ਹੈ ਨਾ। ਈਰਾਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੈ, ਪਰ ਇੰਡੀਆ ਜਿੰਨੀਆਂ ਨਹੀਂ। ਸੋ ਜਿਹੜੀ ਇਹਦੇ ਤੋਂ ਭਾਵ ਜੇ ਇੰਡੀਆ ਤੇ ਈਰਾਨ ਨੂੰ ਅਸੀਂ ਕੰਪੇਅਰ ਕਰਦੇ ਹਾਂ, ਉਹਦੇ ਤੋਂ ਸਿੱਟਾ ਇਹ ਨਿਕਲਦਾ ਵੀ ਜਿਹੜੀ ਸੈਕੂਲਰ ਡੈਮੋਕ੍ਰੇਸੀ ਵੱਧ ਮਾੜੀ ਚੀਜ਼ ਹੈ, ਸੈਕੂਲਰ ਡੈਮੋਕ੍ਰੇਸੀ ਵੱਧ ਜ਼ੁਲਮ ਕਰਦੀ ਹੈ। ਤੇ ਹੋਰ ਸੈਕੂਲਰ ਡੈਮੋਕ੍ਰੇਸੀਜ਼ ਵੇਖ ਲਓ, ਅਮਰੀਕਾ ਵੇਖ ਲਓ, ਉਹਨੇ ਦੁਨੀਆ ਦੇ ਵਿੱਚ ਕੀ ਕੀਤਾ, ਕਿੰਨੀ ਤਬਾਹੀ ਕੀਤੀ। ਈਰਾਨ ਨੇ ਉਹਨੇ ਕੀਤੀ ਹੈ? ਨਹੀਂ ਕੀਤੀ। ਸੋ ਈਰਾਨ ਉਹਨਾਂ ਪਾਵਰਫੁਲ ਵੀ ਨਹੀਂ, ਉਹਨਾਂ ਪਾਵਰਫੁਲ ਨਹੀਂ ਸੀ ਸ਼ਾਇਦ, ਇਹ ਵੀ ਤਾਂ ਨਹੀਂ। ਦੇਖੋ ਪਾਵਰ ਵੀ ਤਾਂ ਕੁਝ ਚੀਜ਼ ਹੈ ਨਾ, ਕਿਸੇ ਵੀ ਗੱਲ ਨਾਲ ਉਹਨਾਂ ਤੋਂ ਵੱਧ ਪਾਵਰਫੁਲ ਹੈ ਨਾ, ਅਫਗਾਨਾਂ ਤੋਂ। ਅਫਗਾਨਾਂ ਤੋਂ ਵੱਧ ਪਾਵਰਫੁਲ ਆ। ਹੋਰ ਜਿਹੜੇ ਈਰਾਨ ਦੇ ਨਾਰਥ ਵੱਲ ਨੂੰ ਕੰਟਰੀਜ਼ ਆ, ਉਹਨਾਂ ਤੋਂ ਵੱਧ ਪਾਵਰਫੁਲ ਆ। ਈਰਾਨ ਕਾਫੀ ਜ਼ਿਆਦਾ ਪਾਵਰਫੁਲ ਤੇ ਅਮੀਰ ਮੁਲਕ ਹੈ, ਤੇ ਉੱਥੇ ਕਾਫੀ ਜ਼ਿਆਦਾ ਵਾਈਬ੍ਰੈਂਟ ਕਲਚਰ ਹੈ। ਉਹਦੇ ਬਾਰੇ, ਈਰਾਨ ਬਾਰੇ ਇੰਨਾ ਝੂਠ ਫੈਲਾਇਆ ਗਿਆ। ਮੇਰੇ ਨਾਲ UBC ਦੇ ਵਿੱਚ ਕੁੜੀ ਈਰਾਨ ਦੀ ਪੜ੍ਹਦੀ ਸੀ, ਉਹਨੇ ਮੈਨੂੰ ਦੱਸਿਆ, ਉਹ ਕਹਿੰਦੀ ਵੀ ਇੱਥੇ ਜਿਹੜੇ ਇੰਟੈਲੈਕਚੁਅਲ CIA ਨਾਲ ਰਲ ਕੇ ਕੰਮ ਕਰਦੇ ਆ, ਉਹ ਤਾਂ ਦੱਸੀ ਜਾਂਦੇ ਆ ਵੀ ਇੱਥੇ ਯੂਨੀਵਰਸਿਟੀਆਂ ਦੇ ਵਿੱਚ ਉੱਥੇ ਆਜ਼ਾਦੀ ਕੋਈ ਨਹੀਂ, ਆਹ ਨਹੀਂ ਪੜ੍ਹਾ ਸਕਦੇ, ਉਹ ਨਹੀਂ ਪੜ੍ਹਾ ਸਕਦੇ, ਤੇ ਅਸੀਂ ਲੁੱਕ ਕੇ ਪੜ੍ਹਦੇ ਹਾਂ। ਹੁਣ ਉਹ ਇੱਕ ਮੈਨੂੰ ਉਹਦਾ ਨਾਂ ਭੁੱਲ ਗਿਆ, ਔਰਤ ਦਾ, ਉਹ ਅਮਰੀਕਾ ਦੀ ਡਿਫੈਂਸ ਮਿਨਿਸਟਰੀ ਨਾਲ ਕੰਮ ਕਰਦੀ ਰਹੀ ਹੈ। ਉਹਨੇ ਇਹ ਮਿੱਥਾਂ ਬਣਾਈਆਂ ਵੀ ਦੇਖੋ ਜੀ, ਅਸੀਂ ਉੱਥੇ ਰੀਡਿੰਗ ਗਰੁੱਪ ਲੁੱਕ ਕੇ ਚਲਾਉਂਦੇ ਸੀ, ਅਸੀਂ ਉੱਥੇ ਵਲਾਦੀਮੀਰ ਨਾਬੋਕੋਵ ਦਾ ਲੋਲਿਤਾ ਨਾਵਲ ਪੜ੍ਹਦੇ ਸੀ। ਤੇ ਉਹ ਕੁੜੀ ਜਿਹੜੀ ਮੇਰੇ ਨਾਲ ਪੜ੍ਹਦੀ ਸੀ, ਉਹਨੇ ਮੈਨੂੰ ਦੱਸਿਆ, ਉਹ ਕਹਿੰਦੀ ਵੀ ਮੈਨੂੰ ਤਾਂ ਸਿਲੇਬਸ ਦੇ ਵਿੱਚ D.H. ਲਾਰੈਂਸ ਦਾ ਫਾਦਰਸ ਐਂਡ ਸਨਸ ਲੱਗ ਰਿਹਾ, ਜਿਹੜਾ ਕਿ ਉਹਦੇ ਤੋਂ ਕਿਤੇ ਵੱਧ ਲੋਲਿਤਾ ਨਾਲੋਂ, ਜਿਹਦੇ ਵਿੱਚ ਐਕਸਪਲਿਸਿਟ ਮਟੀਰੀਅਲ ਆ। ਸੋ ਇਹ ਗੱਲ ਨਹੀਂ ਕਿ ਜਿਹੜਾ ਕੁਝ ਸਾਨੂੰ ਦੱਸਿਆ ਜਾਂਦਾ ਇੱਕ ਖਾਸ ਵਰਗ ਵੱਲੋਂ ਉਹ ਠੀਕ ਹੀ ਹੋਵੇ। ਪਰ ਤੁਸੀਂ ਇਹ ਕਹਿਣਾ, ਮੈਂ ਹੁਣ ਇਹ ਤੇ ਹੋਣਾ, ਚਲੋ ਇਹ ਗੱਲ 'ਚ ਤਾਂ ਕੋਈ ਜ਼ਿਆਦਾ, ਮੈਂ ਜਿਹੜੇ ਬੇਸਿਕਲੀ ਫਿਲਾਸਫੀਕਲ ਲਾਸਟ ਸਵਾਲ ਆ ਮੇਰਾ ਤੁਹਾਨੂੰ, ਇਹਦਾ ਮਤਲਬ ਦੁਨੀਆ ਦੇ ਅੰਦਰ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਸਿੱਖਾਂ ਦੀ ਰਾਜਨੀਤੀ ਹੋਊ, ਸਿੱਖਾਂ ਦਾ ਮਾਡਲ ਹੋਊ, ਉਹ ਪਛਾਣ ਦਾ ਮਾਡਲ ਵੀ ਹੋਊਗਾ। ਤੁਸੀਂ ਕਹਿੰਦੇ ਹੋ ਪੋਸਟ ਮਾਡਰਨ ਨਾਲ ਉਹਦੀਆਂ ਕੁਝ ਗੱਲਾਂ ਮਿਲਦੀਆਂ ਨੇ, ਪਰ ਉਹ
ਉਸ ਤਰ੍ਹਾਂ ਦਾ ਪਛਾਣ ਜਾਂ ਰੇਸ ਜਾਂ ਆਇਡੈਂਟੀਟੀ ਦਾ ਮਾਡਲ ਨਹੀਂ ਹੋਏਗਾ ਜਿਸ ਤਰ੍ਹਾਂ ਦਾ ਮਾਡਲ ਦੁਨੀਆ ਦੇ ਮਾਡਲ ਨੇ, ਜਾਂ ਇਸਲਾਮਿਕ ਕ੍ਰਾਂਤੀ ਦਾ ਮਾਡਲ ਸੀ, ਜਾਂ ਹੋਰ ਮਾਡਲ ਨੇ ਦੁਨੀਆ ਦੇ। ਹਾਂਜੀ, ਦੇਖੋ ਜਿਹੜੀ ਨਾ ਦੋ ਤਰ੍ਹਾਂ ਦੀਆਂ ਆਇਡੈਂਟੀਟੀਜ਼ ਹੁੰਦੀਆਂ, ਇੱਕ ਓਪਨ ਆਇਡੈਂਟੀਟੀ ਹੁੰਦੀ ਹੈ, ਇੱਕ ਕਲੋਜ਼ਡ ਆਇਡੈਂਟੀਟੀ ਹੁੰਦੀ ਹੈ। ਜਿਹੜੀ ਰੇਸ਼ੀਅਲ ਆਇਡੈਂਟੀਟੀ ਹੈ, ਕਾਸਟ ਬੇਸਡ ਆਇਡੈਂਟੀਟੀ ਆ, ਉਹ ਕਲੋਜ਼ਡ ਆਇਡੈਂਟੀਟੀ ਆ। ਤੁਸੀਂ ਉਸ ਵਰਗ ਦੇ ਵਿੱਚ ਜਨਮ ਲਿਆ ਤਾਂ ਹੀ ਤੁਸੀਂ ਉਹ ਬਣ ਸਕਦੇ ਆ, ਅਦਰਵਾਈਜ਼ ਤੁਹਾਡੇ ਕੋਲ ਰਾਹ ਹੀ ਕੋਈ ਨਹੀਂ ਗਾ। ਹੁਣ ਆਪਾਂ ਗੋਰੇ ਨਹੀਂ ਬਣ ਸਕਦੇ ਕਿਉਂਕਿ ਆਪਣੀ ਰੇਸ ਗੋਰੀ ਨਹੀਂ ਗੀ। ਸੋ ਪਰ ਜਿਹੜੀ ਓਪਨ ਆਇਡੈਂਟੀਟੀ ਹੈ, ਜਿਵੇਂ ਸਿੱਖੀ ਹੈ, ਉਹਦੇ ਵਿੱਚ ਕੋਈ ਵੀ ਆ ਸਕਦਾ ਤੇ ਉਹ ਓਪਨ ਹੈ। ਦੂਜੀ ਗੱਲ, ਸਿੱਖੀ ਦਾ ਇਸਲਾਮ ਨਾਲੋਂ ਫਰਕ ਕੀ ਹੈ ਵੀ ਜਿਹੜਾ ਇਸਲਾਮ ਦੇ ਵਿੱਚ ਇੱਕ ਡਿਵੀਜ਼ਨ ਹੈ ਨਾ ਕਾਫਰ ਦੀ ਤੇ ਮੂਮਨ ਦੀ, ਉਸ ਕਿਸਮ ਦੀ ਸਿੱਖੀ ਦੇ ਵਿੱਚ ਜਾਂ ਸਿੱਖਾਂ ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਉਹੋ ਜਿਹੀ ਡਿਵੀਜ਼ਨ ਨਹੀਂ ਗੀ। ਇਹਦੇ ਵਿੱਚ ਓਪਨਨੈਸ ਜ਼ਿਆਦਾ। ਮੇਰੇ ਖਿਆਲ ਦੇ ਵਿੱਚ ਇਹ ਗੱਲ ਆ ਜਿਹੜੀ ਇਹਨੂੰ ਮੰਨਣਾ ਚਾਹੀਦਾ ਸਾਨੂੰ। ਕਨਵਰਸ਼ਨ ਵੀ ਨਹੀਂ ਹੈ ਸਿੱਖੀ ਚ। ਸਿੱਖ ਜਿਵੇਂ ਕਨਵਰਟ ਕਰਕੇ ਕਿਸੇ ਨੂੰ ਸਿੱਖ ਨਹੀਂ ਬਣਾਉਂਦੇ, ਮਤਲਬ ਇਹ ਵੀ ਹਾਂਜੀ ਕਨਵਰਟ ਕਰਕੇ। ਹੁਣ ਤੁਸੀਂ ਦੇਖੋ ਜਿਵੇਂ ਇਸਲਾਮ ਬਣਾਉਂਦਾ ਹੈ, ਲਾਈਵਸ ਮੈਟਰ ਮੂਵਮੈਂਟ ਚੱਲੀ, ਜਿਵੇਂ ਇਸਲਾਮ ਚ ਐਲੀਮੀਨੇਸ਼ਨ ਆ, ਉਵੇਂ ਸਿੱਖਾਂ ਚ ਉਹ ਵੀ ਨਹੀਂ ਸੀਗੀ ਵੀ ਜਿਵੇਂ ਕਨਵਰਟ ਉਵੇਂ ਨਹੀਂ ਹੈ। ਉਹ ਨਿਊਯਾਰਕ ਟਾਈਮਸ ਨੇ ਰਿਪੋਰਟ ਲਾਈ ਕਿ ਸਿੱਖ ਸਵੇਰੇ 4 ਵਜੇ ਉੱਠਦੇ ਆ, ਗੁਰਦੁਆਰਾ ਸਾਹਿਬ ਜਾਂਦੇ ਆ, ਲੰਗਰ ਤਿਆਰ ਕਰਦੇ ਆ ਤੇ ਉੱਥੇ ਬਲੈਕ ਲਾਈਵਸ ਮੈਟਰ ਪ੍ਰੋਟੈਸਟਰਸ ਨੂੰ ਆ ਕੇ ਲੰਗਰ ਵਰਤਾਉਂਦੇ ਆ। ਨਾਲ ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਵਿੱਚ ਇੱਕ ਖਾਸ ਲਾਈਨ ਲਿਖੀ ਸੀ, ਉਹ ਇਹ ਸੀ ਕਿ ਸਿੱਖ ਕਦੇ ਵੀ ਕਿਸੇ ਨੂੰ ਕਨਵਰਟ ਹੋਣ ਨੂੰ ਨਹੀਂ ਕਹਿੰਦੇ, ਬਸ ਲੰਗਰ ਵਰਤਾਉਂਦੇ ਆ, ਚਲੇ ਜਾਂਦੇ ਆ। ਸੋ ਇਹ ਦੁਨੀਆ ਵੇਖ ਰਹੀ ਆ, ਦੁਨੀਆ ਸਾਡਾ ਕਿਰਦਾਰ ਵੇਖ ਰਹੀ ਹੈ। ਸੋ ਜਿਹੜੇ ਝੂਠ ਫੈਲਾਏ ਗਏ ਆ ਇੱਥੇ, ਕਿੰਨਾ ਚਿਰ ਖੜਨਗੇ ਉਹ। ਸੋ ਪੰਜਾਬ ਦੇ ਵਿੱਚ ਵੀ ਜਿਹੜੀ ਸ਼ਿਫਟ ਆ ਰਹੀ ਹੈ ਜਾਂ ਕਲਚਰ ਦੇ ਜ਼ਰੀਏ ਆ ਰਹੀ ਹੈ, ਉਹ ਵੀ ਇਹੀ ਹੈ ਕਿ ਦੁਨੀਆ ਜਿਹੜੀ ਉਹ ਸੱਚ ਨੂੰ ਵੀ ਪਛਾਣ ਰਹੀ ਹੈ। ਜਿਹੜੀ ਸਿੱਧੂ ਮੂਸੇਵਾਲੇ ਬਾਰੇ ਬਣਨਾ, ਮੈਂ ਇੱਕ ਆਖਰੀ ਗੱਲ ਕਰਨੀ ਚਾਹੁੰਦਾ। ਮੈਂ ਇਹ ਬਹੁਤ ਲੰਮੇ ਸਮੇਂ ਤੋਂ ਮੇਰਾ ਇਹ ਵਿਚਾਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਅਖਾੜਾ ਕਲਚਰ ਆਇਆ ਸੀ ਤੇ ਨਵਾਂ ਜਿਹੜਾ ਪੌਪ ਮਿਊਜ਼ਿਕ ਆਇਆ ਸੀ, ਇਹਨੂੰ 1993 ਤੋਂ ਬਾਅਦ ਸਟੇਟ ਦੀ ਪੂਰੀ ਸਰਪ੍ਰਸਤੀ ਹਾਸਲ ਸੀ। ਉਹਦੀ ਸਰਪ੍ਰਸਤੀ ਦੇ ਨਾਲ ਇਹ ਕੰਮ ਚੱਲਿਆ। ਪਰ ਹੋਇਆ ਕੀ ਕਿ ਪੰਜਾਬ ਦਾ ਮਨ ਆ ਜਿਹੜਾ, ਉਹ ਇੰਨਾ ਜ਼ਰਖੇਜ਼ ਹੈ ਵੀ ਜਿਹੜੀ ਦੁਸ਼ਮਣ ਨੇ ਚਾਲ ਸ਼ੁਰੂ ਕੀਤੀ ਸੀ, ਉਹਦੇ ਵਿੱਚੋਂ ਵੀ ਰੈਜ਼ਿਸਟੈਂਸ ਪੁੰਗ ਰਿਹਾ ਹੈ। ਇਸੇ ਕਰਕੇ ਤਾਂ ਪੰਜਾਬ ਮਰਦਾ ਨਹੀਂ ਆ। ਇਸੇ ਕਰਕੇ ਤਾਂ ਜਿਹੜੇ ਪੁਰਾਣੇ ਸਾਡੇ ਢਾਡੀ ਕਵੀਸ਼ਰ ਸੀ, ਉਹ ਆਪਦੀ ਨਾ ਜਦੋਂ ਵਾਰਾਂ ਗਾਉਂਦੇ ਸੀ, ਉਹਦੇ ਚੋਂ ਪੰਜਾਬ ਵਾਸਤੇ ਇੱਕ ਸ਼ਬਦ ਵਰਤਦੇ ਸੀ, ਕੁਕਨੂਸ, ਬਈ ਸਿੱਖਾਂ ਵਾਸਤੇ, ਖਾਲਸਾ ਪੰਥ ਵਾਸਤੇ। ਬਈ ਪੰਥ ਆ ਜਿਹੜਾ ਉਹ ਕੁਕਨੂਸ ਦੀ ਨਿਆਈ ਹੈ ਕਿ ਇਹ ਮਰ ਕੇ ਜਿਉਂਦਾ। ਕੁਕਨੂਸ ਇੱਕ ਮਿਥਿਕ ਪੰਛੀ ਹੈ ਜਿਹੜਾ ਜਦੋਂ ਉਹਦੀ 1000 ਸਾਲ ਉਮਰ ਹੋ ਜਾਂਦੀ ਹੈ, ਉਹ ਲੱਕੜਾਂ ਇਕੱਠੀਆਂ ਕਰਦਾ ਤੇ ਉਹਦੇ ਵਿੱਚ ਅੱਗ ਲਾ ਲੈਂਦਾ, ਸੜ ਜਾਂਦਾ, ਫਿਰ ਮੀਂਹ ਪੈਂਦਾ, ਉਹਦੇ ਚੋਂ ਸੁਆਹ ਦੇ ਵਿੱਚੋਂ ਆਂਡਾ ਪੈਦਾ ਹੁੰਦਾ, ਫਿਰ ਉਹਦੇ ਚੋਂ ਜਨਮ ਲੈਂਦਾ। ਸੋ ਸਾਡਾ ਪੰਥ ਵੀ ਕੁਕਨੂਸ ਦੀ ਨਿਆਈ ਆ। ਇਹ ਮੁੜ ਕੇ ਆਪਦੀ ਰਾਖ ਦੇ ਵਿੱਚੋਂ ਪੈਦਾ ਹੋਈ ਜਾਂਦਾ। ਜਿਹੜਾ ਇੱਥੇ ਲੁਧਿਆਣੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੱਗਦਾ ਸੀਗਾ, ਜੱਸੋਵਾਲ ਜੀ ਲਾਉਂਦੇ ਸੀਗੇ, ਉਹ ਸਾਰੀ ਗਿਣੀ ਮਿਥੀ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੀ ਸਾਈਕੀ ਹੈ ਜਿਹੜੀ, ਖਾਸ ਕਰਕੇ ਜਿਹੜੀ ਯੂਥ ਦੀ ਸਾਈਕੀ ਹੈ, ਉਹਨੂੰ ਕੰਜ਼ਿਊਮਰਿਜ਼ਮ ਵੱਲ ਨੂੰ, ਸੈਕਸ਼ੁਅਲਿਟੀ ਵੱਲ ਨੂੰ ਮੋੜਨ ਵਾਸਤੇ ਸਟੇਟ ਨੇ ਸਾਰਾ ਧਕਵੰਜ ਰਚਿਆ ਸੀ ਤੇ ਸਟੇਟ ਕਾਮਯਾਬ ਵੀ ਰਹੀ ਉਹਦੇ ਚ ਕਾਫੀ। 20-25 ਸਾਲ ਉਹਦੇ ਵਿੱਚ ਖਰਾਬ ਵੀ ਹੋਏ ਪੰਜਾਬ ਦੇ, ਹੋਰ ਬਹੁਤ ਸਮੱਸਿਆਵਾਂ ਪੈਦਾ ਹੋਈਆਂ ਉਹਦੇ ਨਾਲ। ਪਰ ਈਵਨ ਉਸੇ ਦੇ ਵਿੱਚੋਂ, ਉਸੇ ਚਿੱਕੜ ਦੇ ਵਿੱਚੋਂ ਕਮਲ ਖਿੜ ਗਏ। ਤੁਸੀਂ ਇਹ ਖੂਬਸੂਰਤੀ ਵੇਖੋ ਇਸ ਗੱਲ ਦੀ, ਠੀਕ ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਹੋਪਫੁਲ ਰਹਿਣਾ ਚਾਹੀਦਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਜੇ ਇਹ ਗੱਲਾਂ ਵਾਪਰ ਰਹੀਆਂ ਨਾ, ਇਹ ਸਾਨੂੰ ਇਸ਼ਾਰਾ ਦੇ ਰਹੀਆਂ ਬਈ ਹਜੇ ਮੁੱਕਿਆ ਨਹੀਂ। ਬਿਲਕੁਲ ਉਸੇ ਦੀ ਗਾਣੀ ਹੈ ਜਿਹੜੀ ਸਿੱਧੂ ਕਹਿੰਦਾਗਾ ਕਿ ਹਲੇ ਮੁੱਕਿਆ ਨਹੀਂ। ਬਿਲਕੁਲ ਤੁਸੀਂ ਉਸ ਹਜੇ ਮੁੱਕਿਆ ਨਹੀਂ। ਤੇ ਬਹੁਤ ਰਾਜਨੀਤਿਕ ਲਾਈਨ ਮੰਨਦੇ ਹੋ ਤੁਸੀਂ ਇਹਨੂੰ? ਬਿਲਕੁਲ ਜੀ, ਪੰਜਾਬ ਕਹਿ ਰਿਹਾ ਦਿੱਲੀ ਨੂੰ ਮੈਂ ਹਜੇ ਮੁੱਕਿਆ ਨਹੀਂ। ਧੰਨਵਾਦ ਬਾਈ ਜੀ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਇਹ ਸਨ ਪ੍ਰਭ ਸ਼ਰਨਬੀਰ ਸਿੰਘ, ਜਿਹੜੇ UBC 'ਚ ਪੜ੍ਹਦੇ ਨੇ ਤੇ ਪੜ੍ਹਾਉਂਦੇ ਨੇ। ਉਹਨਾਂ ਦੇ ਨਾਲ ਗੱਲ ਹੋਈ। ਸਿੱਧੂ ਮੂਸੇਵਾਲੇ ਦੇ ਗਾਣੇ ਦੀ ਵਿਆਖਿਆ ਵੀ ਕੀਤੀ ਉਹਨਾਂ ਨੇ, ਉਹਦੀ ਰਾਜਨੀਤਿਕ ਵਿਆਖਿਆ ਕੀ ਹੈ ਤੇ ਸਿੱਖਾਂ ਦੇ ਇਥੋਸ 'ਚ ਉਹਦੀ ਵਿਆਖਿਆ ਕੀ ਹੈ, ਜਾਂ ਜੋ ਸਿੱਧੂ ਮੂਸੇਵਾਲਾ ਆਨੰਦਪੁਰ ਦੇ ਮਤੇ ਨਾਲ ਪੰਜਾਬ ਨਾਲ ਜੋੜ ਕੇ ਇਸ ਪੂਰੇ ਗਾਣੇ 'ਚ ਗੱਲਾਂ ਕਰ ਰਿਹਾ, ਉਹਨਾਂ ਦੀ ਵਿਆਖਿਆ ਕੀਤੀ। ਔਰ ਉਹਨਾਂ ਦਾ ਕਹਿਣਾ ਕਿ ਸਿੱਖੀ ਪੋਸਟ ਮਾਡਰਨਿਜ਼ਮ ਨਹੀਂ ਹੈ। ਸਿੱਖੀ 'ਚ ਸਭ ਕੁਝ, ਬਹੁਤ ਸਾਰਾ ਕੁਝ ਹੋ ਸਕਦਾ, ਪੋਸਟ ਮਾਡਰਨਿਜ਼ਮ ਵੀ ਸਮਾ ਸਕਦਾ ਹੈ, ਪਰ ਸਿੱਖੀ ਸਿੱਖੀ ਹੈ।